ਵਾਹਿਗੁਰੂ ਜੀ ਕੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਵਾਹਿਗੁਰੂ ਜੀ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮੁਸੁਨੰ ਚੌਥਾ ਸੁਨੈ ਜੋ ਨਰ ਜਾਣੈ ਤਾਕੋ ਪਾਪ ਨ ਪੁੰਨੰ ਘਟ ਘਟ ਸੁਨ ਕਾ ਜਾਣੈ ਪਿਓ ਆਦਿ ਪੁਰਖ ਨਿਰੰਜਨ ਦੇਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮੁਸੁਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਸਿੱਧ ਗੋਸ਼ਟ ਵਿੱਚ ਹੁਣ 50 ਪੌੜੀਆਂ ਤੋਂ ਬਾਅਦ 51ਵੀਂ ਪੌੜੀ ਮਹਾਰਾਜ 943 ਅੰਗ ਤੇ ਬਖਸ਼ਿਸ਼ ਕਰਦੇ ਨੇ। ਸੋ ਇੱਕ ਅਵਸਥਾ ਹੈ ਸੁਨ ਅਵਸਥਾ, ਮਹਾ ਸੁਨ ਨਿਰੋਲ ਨਿਰਗੁਣ ਵਾਹਿਗੁਰੂ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਸੁਨ ਤੋਂ ਭਾਵ ਅਫੁਰ ਸਮਾਧੀ, ਇੱਕ ਤਾਂ ਹੁੰਦਾ ਫੁਰਨੇ, ਇੱਕ ਹੁੰਦਾ ਅਫੁਰ ਹੋ ਜਾਣਾ ਜਿੱਥੇ ਕੋਈ ਫੁਰਨਾ ਨਹੀਂ ਹੈ। ਇੱਕ ਹੁੰਦੀ ਸਾਹ ਵਿਕਲਪ ਸਮਾਧੀ ਜਿੱਥੇ ਸਮਾਧੀ ਦੇ ਵਿੱਚ ਵੀ ਕਦੇ ਕਦੇ ਮਾੜਾ ਮਾੜਾ ਫੁਰਨਾ ਆਉਂਦਾ, ਪਰ ਇੱਕ ਸਮਾਧੀ ਨਿਰਵਿਕਲਪ ਹੈ ਜਿੱਥੇ ਕੋਈ ਸੰਕਲਪ ਨਾ ਹੋਵੇ, ਉਹ ਸੁੰਨ ਸਮਾਧੀ ਆਪ। ਇਹ ਸੁੰਨ ਸਮਾਧੀ ਕਿਸੇ ਕਿਸੇ ਦੀ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਬਣਦੀ ਹੈ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਐਰ, ਉਹਨਾਂ ਦੀ ਐਸੀ ਅਵਸਥਾ ਬਣ ਗਈ ਕਿ ਭੁੱਖ ਦਾ ਪਤਾ ਨਹੀਂ ਸੀ ਲੱਗਦਾ। ਸੇਵਾਦਾਰ ਹੀ ਦੱਸਦਾ ਹੁੰਦਾ ਕਿ ਬਾਬਾ ਜੀ ਹੁਣ ਭੁੱਖ ਲੱਗੀ ਹੈ, ਛਕ ਲਓ, ਕਿਉਂਕਿ ਪੇਟ ਨੂੰ ਉਹਨੇ ਇੱਕ ਰੱਸੀ ਮਿਣ ਕੇ ਦੇਖ ਲੈਣੀ ਕਿ ਹੁਣ ਭੁੱਖ ਲੱਗਿਆ ਹੀ, ਹੁਣ ਤੁਸੀਂ ਰੱਜ ਗਏ ਹੋ, ਹੁਣ ਲੇਟ ਜਾਓ, ਹੁਣ ਉੱਠ ਜਾਓ। ਜਿੱਥੇ ਕੋਈ ਸੰਕਲਪ ਨਹੀਂ, ਆਪਾਂ ਨੂੰ ਹਜ਼ਾਰਾਂ ਸੰਕਲਪ ਨੇ, ਸੰਕਲਪ ਘਟਦੇ ਘਟਦੇ ਚਲੋ ਇੱਕ ਅਵਸਥਾ ਐਸੀ ਵੀ ਜਿੱਥੇ ਜਾ ਕੇ ਇਹ ਤਾਂ ਹੁੰਦਾ ਸੰਕਲਪ ਕਿ ਸਵੇਰੇ ਉੱਠਣਾ ਜਾਂ ਨਿਤਨੇਮ ਕਰਨਾ ਹੈ। ਉਹ ਸੁੰਨ ਸਮਾਧੀ ਵਿੱਚ ਤਾਂ ਸਭ ਕੁਛ ਹੀ ਮੁੱਕ ਜਾਂਦਾ ਹੈ। ਆਓ ਆਪਣੇ ਮਨਾਂ ਦੇ ਵਿੱਚ ਇਹ ਇਮੈਜਿਨ ਕਰਕੇ ਦੇਖੀਏ ਕਿ ਜੇ ਸਾਡਾ ਵੀ ਐਸਾ ਮਨ ਬਣ ਜਾਵੇ ਕਿ ਸੰਕਲਪ ਹੀ ਨਾ ਹੋਵੇ। ਹੁਣ ਤਾਂ ਸਵੇਰੇ ਸੰਕਲਪ ਹੁੰਦੇ ਨੇ ਕਿ ਇੱਥੇ ਜਾਣਾ ਉੱਥੇ ਜਾਣਾ, ਸ਼ਡਿਊਲ ਬਣਾਇਆ ਜਾਂਦਾ ਹੈ। ਸ਼ਾਮ ਤੋਂ ਹੀ ਸੋਚਣਾ ਸ਼ੁਰੂ ਕਰਦੇ ਕੱਲ੍ਹ ਨੂੰ ਕੀ ਕੰਮ ਕਰਨੇ ਨੇ। ਪਰ ਮਨ ਦੇ ਅੰਦਰ ਵਿਚਾਰ ਕੇ ਦੇਖੋ, ਜੇ ਕੋਈ ਵੀ ਸੰਕਲਪ ਨਾ ਹੋਵੇ ਫਿਰ ਕੈਸੀ ਸੁੰਨ ਦਸ਼ਾ ਬਣਦੀ ਹੈ। ਸੋ ਆਓ ਇਸ ਸੁੰਨ ਦਸ਼ਾ ਦੇ ਉੱਤੇ ਹੀ ਇਹ ਪੌੜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮੁਸੁਨੰ
ਮਹਾਰਾਜ ਫਰਮਾਉਂਦੇ ਨੇ ਕਿ ਇੱਕ ਸੁੰਨ ਜਿਹੜਾ ਮਨੁੱਖ ਦੇ ਹਿਰਦੇ ਅੰਦਰ ਹੈ, ਇੱਕ ਸੁੰਨ ਹਿਰਦੇ ਤੋਂ ਬਾਹਰ ਹੈ, ਅਤੇ ਮਹਾਂ ਸੁੰਨ ਤਿੰਨਾਂ ਭਵਨਾਂ ਵਿੱਚ ਸਮਾਈ ਹੋਈ ਹੈ। ਚੌਥਾ ਸੁਣਨਾ ਜੋ ਨਰ ਜਾਣੈ ਤਾ ਕਉ ਪਾਪ ਨ ਪੁੰਨੰ। ਹੁਣ ਚੌਥੇ ਸੁੰਨ ਤੋਂ ਭਾਵ ਸਹਿਜ ਅਵਸਥਾ ਵਿੱਚ ਪਹੁੰਚ ਕੇ ਜਿਹੜੇ ਮਨੁੱਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਉਹਨੂੰ ਪਾਪ ਪੁੰਨ ਦਾ ਕੋਈ ਵੀ ਲੇਸ ਨਹੀਂ ਲੱਗਦਾ। ਪਾਪਾਂ ਅਤੇ ਪੁੰਨਾਂ ਤੋਂ ਪਰੇ ਹੋ ਜਾਂਦਾ, ਕਿਉਂਕਿ ਉਹ ਚੌਥੇ ਸੁੰਨ ਵਿੱਚ ਚਲਿਆ ਜਾਂਦਾ ਜਿੱਥੇ, ਕਿਉਂਕਿ ਇੱਕ ਸੁੰਨ ਵਿੱਚ ਤਮੋ ਗੁਣੀ ਹੈ, ਇੱਕ ਵਿੱਚ ਫਿਰ ਰਜੋ ਵੀ ਕਦੇ ਕਦੇ ਆ ਗਿਆ, ਕਿਸੇ 'ਚ ਸਤੋ ਆ ਗਿਆ। ਇਹ ਹੁਣ ਚੌਥੇ ਸੁੰਨ ਵਿੱਚ ਜਦੋਂ ਚਲਿਆ ਗਿਆ ਹੈ, ਉੱਥੇ ਜਾ ਕੇ ਜਿੱਥੇ ਕੋਈ ਵੀ ਸੰਕਲਪ ਨਹੀਂ ਬਾਕੀ ਰਹਿੰਦਾ, ਉੱਥੇ ਪਾਪ ਪੁੰਨ ਕਾ ਤਿਸ ਲੇਪ ਨਾ ਲੱਗੈ। ਹੁਣ ਮਹਾਰਾਜ ਦਸਵੇਂ ਪਾਤਸ਼ਾਹ ਨੇ ਇਸ ਅਵਸਥਾ ਦਾ ਜ਼ਿਕਰ ਕੀਤਾ ਹੈ। ਕਰੈ ਜਗ ਕੋਟਕ ਨਹੀਂ ਪੁੰਨ ਕੋ, ਹਨੈ ਬਿਪਰ ਕੇਤੇ ਨਹੀਂ ਪਾਪ ਕੋ। ਕਰੋੜਾਂ ਜੱਗ ਕਰ ਦੇਵੇ ਅਫੁਰ ਅਵਸਥਾ ਵਾਲਾ, ਚੌਥੇ ਸੁੰਨ ਵਿੱਚ ਜਾ ਕੇ ਸਹਿਜ ਵਿੱਚ, ਉਹਨੂੰ ਕੋਈ ਪੁੰਨ ਨਹੀਂ ਲੱਗਦਾ ਉਹਦਾ। ਜੇ ਕਰੋੜਾਂ ਹੀ ਜੀਵਾਂ ਨੂੰ ਉਹ ਮਾਰ ਦਿੰਦਾ ਹੈ ਤਾਂ ਉਹਦਾ ਕੋਈ ਪਾਪ ਕਰਮ ਨਹੀਂ, ਕਿਉਂਕਿ ਉਹ ਸਹਿਜ ਅਵਸਥਾ ਵਿੱਚ ਉੱਥੇ ਚਲਾ ਜਾਂਦਾ ਜਿੱਥੇ ਉਹ ਮਨ ਕਰਕੇ ਕੋਈ ਸੰਕਲਪ ਨਹੀਂ ਚਿਤਵਦਾ। ਉਹ ਕਹਿੰਦਾ ਵਾਹਿਗੁਰੂ ਹੀ ਸਭ ਕੁਝ ਕਰ ਰਹੇ ਨੇ, ਕਿਉਂਕਿ ਵਾਹਿਗੁਰੂ ਵਿੱਚ ਲੀਨ ਹੋਇਆ ਇਹ ਕਰਮ ਕਰਦਾ। ਇਹ ਅਵਸਥਾ ਬਹੁਤ ਦੂਰ ਦੀ ਅਵਸਥਾ ਹੈ, ਸਧਾਰਨ ਜੀਵ ਦੀ ਅਵਸਥਾ ਨਹੀਂ। ਘਟ ਘਟ ਸੁਨ ਕਾ ਜਾਣੈ ਭੇਉ। ਮਹਾਰਾਜ ਕਹਿੰਦੇ ਨਿਰਗੁਣ ਵਾਹਿਗੁਰੂ ਜੋ ਦਿਲਾਂ ਦੇ ਵਿੱਚ, ਘਟਾਂ ਘਟਾਂ ਦੇ ਵਿੱਚ ਵਸਦਾ ਹੈ, ਉਹ ਗੁਰਮੁਖ ਉਸ ਦਾ ਭੇਦ ਜਾਣ ਲੈਂਦਾ। ਰੱਬ ਦਾ ਪਿਆਰਾ ਉਹਦਾ ਭੇਦ ਜਾਣ ਲੈਂਦਾ, ਉਸ ਪਰਮਾਤਮਾ ਦਾ। ਆਦਿ ਪੁਰਖ ਨਿਰੰਜਨ ਦੇਉ। ਆਦਿ ਪੁਰਖ ਵਾਹਿਗੁਰੂ ਮਾਇਆ ਤੋਂ ਰਹਿਤ ਅਤੇ ਪ੍ਰਕਾਸ਼ ਰੂਪ ਹੈ, ਨਿਰਅੰਜਨ ਮਾਇਆ ਕਾਲਖ ਤੋਂ ਰਹਿਤ। ਨਾਨਕ ਸੋਈ ਪੁਰਖ ਵਿਧਾਤਾ। ਜੋ ਜਨ ਵਾਹਿਗੁਰੂ ਦੇ ਨਾਮ ਵਿੱਚ ਰਤਾ ਜਾਂਦਾ ਹੈ, ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ, ਉਸ ਜਨ ਨੂੰ ਇਉਂ ਸਮਝੋ ਕਿ ਉਹੀ ਰਚਨਹਾਰ ਪ੍ਰਭੂ ਦਾ ਅਸਲ ਵਿੱਚ ਉਹ ਰੂਪ ਹੀ ਬਣ ਜਾਂਦਾ ਹੈ। ਇਹ ਰੂਪ ਇਸ ਤਰ੍ਹਾਂ ਬਣ ਜਾਂਦਾ ਜਿਵੇਂ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਇਹਨਾਂ ਤੋਂ, ਇਸ ਅਸ਼ਟਪਦੀ ਤੋਂ ਕਈਆਂ ਨੇ ਆਪਣੇ ਆਪ ਨੂੰ ਸ਼ੋਅ ਕਰਨ ਦਾ ਯਤਨ ਕੀਤਾ ਕਿ ਮੈਂ ਵੀ ਉਹੀ ਅਵਸਥਾ ਵਾਲਾ ਹਾਂ, ਪਰ ਨਹੀਂ, ਉਹ ਅਵਸਥਾ ਤਾਂ ਬਹੁਤ ਘੱਟ ਕਿਸੇ ਦੀ ਮਿਲਦੀ। ਉਹ ਸ਼ੋਅ ਹੀ ਨਹੀਂ ਹੁੰਦਾ ਦੁਨੀਆ 'ਚ। ਜੋ ਸਾਹਮਣੇ ਆ ਰਿਹਾ ਸਾਡੇ ਇਸ ਗੱਲ 'ਤੇ ਕਿ ਹਾਂ ਬਈ ਮੇਰੀ ਉਹ ਅਵਸਥਾ, ਅਸਲ ਵਿੱਚ ਉਹਦੀ ਹੁੰਦੀ ਹੀ ਨਹੀਂ। ਜਿਹਦੀ ਅਵਸਥਾ ਹੁੰਦੀ ਹੈ ਉਹ ਦੱਸਦਾ ਹੀ ਨਹੀਂ। ਸੋ ਇਸ ਕਰਕੇ ਜਿਵੇਂ ਸਿਆਣਿਆਂ ਨੇ ਵਿਚਾਰ ਵੀ ਦਿੱਤੀ ਹੈ ਪੁਰਾਤਨ ਗ੍ਰੰਥਾਂ ਵਿੱਚ ਵੀ, ਸੋ ਇਸ ਅਵਸਥਾ ਦਾ ਕੁਝ ਜ਼ਿਕਰ ਆਇਆ, ਜਿਨ੍ਹਾਂ ਦਾ ਇੱਕ ਪੁਸਤਕ ਆਨੰਦ ਘਨ ਹੈ, ਉਹਦੇ ਵਿੱਚ ਵੀ ਇਹਦਾ ਥੋੜ੍ਹਾ ਜ਼ਿਕਰ ਕੀਤਾ ਕਿ ਸੁੰਨ ਨਾਮ ਹੈ ਸਮਾਧੀ ਦਾ, ਸਮਾਧੀ ਨਾਮ ਹੈ ਨਿਹਚਲ ਹੋਣ ਦਾ। ਹੁਣ ਨਿਹਚਲ ਤਾਂ ਵਾਹਿਗੁਰੂ ਹੀ ਹੈ। ਜਿਹੜੇ ਸਤਿਗੁਰੂ ਦੇ ਉਪਦੇਸ਼ ਨੂੰ ਜਾਣ ਲੈਂਦੇ ਨੇ, ਉਹਨਾਂ ਦੇ ਅੰਦਰ ਵੀ ਪਰਮੇਸ਼ਰ ਹੈ, ਬਾਹਰ ਵੀ ਪਰਮੇਸ਼ਰ ਹੈ, ਅਤੇ ਤਿੰਨਾਂ ਭਵਨਾਂ ਵਿੱਚ ਵੀ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਉਹਨਾਂ ਨੂੰ। ਕਿਉਂਕਿ ਅਸਲ ਵਿੱਚ ਜਦੋਂ ਹੌਲੀ ਹੌਲੀ ਮਨ ਦੀ ਇਕਾਗਰਤਾ ਹੁੰਦੀ ਹੈ, 3 ਮਿੰਟ ਮਨ ਦਾ ਟਿਕਣਾ, 6 ਮਿੰਟ ਟਿਕਣਾ, ਫਿਰ 12 ਮਿੰਟ ਜਾ ਕੇ ਜਦੋਂ ਟਿਕ ਗਿਆ ਸਮਾਧੀ ਲੱਗ ਗਈ। 12 ਮਿੰਟ ਤੱਕ ਬਿਲਕੁਲ ਕੋਈ ਫੁਰਨਾ ਮਨ ਦੇ ਅੰਦਰ ਆਇਆ ਹੀ ਨਹੀਂ। ਫਿਰ ਇਹ 12 ਘੰਟਿਆਂ ਤੱਕ, 12 ਸਾਲਾਂ ਤੱਕ ਸੰਕਲਪ ਨਹੀਂ। ਪਰਮੇਸ਼ਰ ਜੀ ਇਸੇ ਅਵਸਥਾ 'ਚ ਨੇ ਨਾ। ਪਤਾ ਨਹੀਂ ਕਿੰਨਾ ਸਮਾਂ, ਆਪਾਂ ਗਿਣਤੀ ਨਹੀਂ ਕਰ ਸਕਦੇ, ਕਿੰਨੇ ਸਮੇਂ ਬਾਅਦ ਇੱਕ ਸੰਕਲਪ ਬਣਿਆ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਫਿਰ ਕਦੇ ਕਦੇ ਬਹੁਤਿਆਂ ਤੋਂ ਇੱਕ ਰੂਪ ਵਾਪਸ ਹੋ ਜਾਂਦੇ ਨੇ। ਇਹ ਅਵਸਥਾ ਪਰਮੇਸ਼ਰ ਜੀ ਦੀ, ਕਿਉਂਕਿ ਆਤਮਾ ਪਰਮਾਤਮਾ ਤੋਂ ਹੀ ਆਤਮਾ ਸਾਰੀਆਂ ਬਣੀਆਂ ਨੇ, ਅਤੇ ਆਤਮਾ ਹੀ ਜਦੋਂ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਕੋਈ ਜ਼ਰੂਰੀ ਨਹੀਂ ਕਿ ਇਹ ਮਰਨ ਤੋਂ ਬਾਅਦ ਲੀਨ ਹੁੰਦੀ ਹੈ। ਇਹ ਜਿਹੜੇ ਇਸ ਰਸਤੇ ਉੱਤੇ ਚੱਲਦੇ ਨੇ ਉਹਨਾਂ ਨੂੰ ਪਤਾ ਕਿ ਜਿਉਂਦੇ ਜੀ
ਜੀਵਨ ਮੁਕਤ ਹੋ ਜਾਣਾ। ਭਗਤ ਨਾਮਦੇਵ ਜੀ ਨੇ ਜਿਵੇਂ ਬਚਨ ਕੀਤਾ ਹੈ, ਮੂਏ ਹੂਏ ਜੋ ਮੁਕਤ ਦਿਹੋਗੇ, ਮੁਕਤ ਨਾ ਜਾਣੈ ਕੋਇਲਾ। ਜੀਵਨ ਮੁਕਤ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸ਼ਹੀਦ, ਸੀਸ ਉਤਰ ਗਿਆ ਪਰ ਤਲੀ ਤੇ ਰੱਖ ਕੇ ਜੰਗ ਕੀਤਾ। ਜੀਵਨ ਮੁਕਤ ਅਵਸਥਾ ਭਾਈ ਮਨੀ ਸਿੰਘ ਦੀ ਬੰਦ ਕਟਵਾਇਆ। ਸੋ ਇਹ ਅਵਸਥਾ ਹੈ। ਜਿਵੇਂ ਅੱਜ ਕੱਲ੍ਹ ਆਮ ਲੋਕਾਂ ਦੀ ਜਿਹੜੀ ਰਾਏ ਹੁੰਦੀ ਕਿ ਉਹ ਨਹੀਂ ਸੀਸ ਕੱਟਿਆ ਗਿਆ, ਅਵਸਥਾ ਬਣਾਉਣੀ ਪੈਂਦੀ ਹੈ। ਔਰ ਇਹ ਇਕੱਲੇ ਬਾਬਾ ਦੀਪ ਸਿੰਘ ਵੇਲੇ ਨਹੀਂ ਹੋਇਆ, ਬਾਅਦ ਵਿੱਚ ਕਈ ਸਿੰਘਾਂ ਨਾਲ ਐਸਾ ਹੋਇਆ, ਹੋਰ ਵੀ ਹੋਇਆ ਕਿ ਉਹ ਸੀਸ ਤੋਂ ਬਿਨਾਂ ਹੀ ਜੰਗ ਕਰਦੇ ਕਈ ਮੀਲ ਤੱਕ ਚਲੇ ਗਏ। ਇਸ ਕਰਕੇ ਇਹ ਵਿਚਾਰ ਹੈ ਕਿ ਇਹ ਸੁੰਨ ਅਵਸਥਾ ਵਿੱਚ ਚਲਿਆ ਜਾਂਦਾ। ਭਗਤੀ ਕਰਦਿਆਂ ਕਰਦਿਆਂ ਸੁੰਨ ਨਾਮ ਇੱਥੇ ਪਰਮੇਸ਼ਰ ਦਾ ਵੀ ਦੱਸਿਆ ਕਿ ਅੰਦਰ ਵੀ ਵਾਹਿਗੁਰੂ, ਬਾਹਰ ਵੀ ਵਾਹਿਗੁਰੂ। ਹੁਣ ਇੱਕ ਹੋਰ ਡੂੰਘੀ ਅਵਸਥਾ ਹੈ, ਅੰਤਰ ਸੁੰਨੰ ਬਾਹਰ ਸੁੰਨੰ ਤ੍ਰਿਭਵਨ ਸੁੰਨਮ ਸੁੰਨੰ, ਤੋਂ ਭਾਵ ਕਿ ਅੰਤਰ ਸੁਪਨੇ ਵਿੱਚ ਵੀ ਉਹ ਸੁੰਨ ਹੈ, ਬਾਹਰ ਜਾਗਰਤ ਵਿੱਚ ਵੀ ਉਹ ਸੁੰਨ ਹੈ, ਅਤੇ ਤ੍ਰਿਭਵਨ ਜਿਹੜਾ ਤੀਸਰਾ ਭਵਨ ਹੈ ਜਾਂ ਸਖੋਪਤ ਅਵਸਥਾ ਕਹਿੰਦੇ ਨੇ ਇਹਨੂੰ, ਉਹਦੇ ਵਿੱਚ ਵੀ ਸੁੰਨ ਹੈ। ਪਰ ਸਖੋਪਤ ਤੋਂ ਵੀ ਹੁਣ ਉੱਤੇ ਚਲੀ ਜਾਂਦੀ ਇੱਕ ਅਵਸਥਾ ਜੋ ਕਹੇ ਸੁੰਨਵਾਦ ਆ ਜਾਂਦਾ ਹੈ। ਤੇ ਇਸ ਪਰ ਇਸ ਤਰ੍ਹਾਂ ਫਰਮਾਉਂਦੇ ਨੇ ਕਿ ਇਹ ਮਸੁੰਨੰ ਤੋਂ ਭਾਵ ਚੇਤਨ ਰੂਪ ਪਰਮਾਤਮਾ। ਇਹ ਇੱਥੇ ਜਿਹੜਾ ਕਥਨ ਆਪ ਜੀ ਨੂੰ ਸੁਣਾਇਆ ਇਹ 7ਵੀਂ ਭੂਮਿਕਾ ਦਾ ਹੈ। ਸੋ ਜਿਨ੍ਹਾਂ ਨੇ ਜਪਜੀ ਸਾਹਿਬ ਦੀ ਕਥਾ ਸੁਣੀ ਦਾਸ ਦੀ, ਉਹਨਾਂ ਨੂੰ ਪਤਾ ਹੋਵੇਗਾ ਕਿ ਜਿੱਥੇ ਜਾ ਕੇ ਇਹ ਅਖੀਰ 'ਤੇ ਅਰਥ ਆਉਂਦੇ ਨੇ ਜਾਤ ਪਹਾਰਾ ਧੀਰਜ ਸੁਨਿਆਰ, ਉੱਥੇ ਇਹ ਤੁਰੀਆ ਅਤੀਤ ਅਵਸਥਾ ਆਉਂਦੀ ਹੈ, ਸਤਿਗੁਰੂ ਜੀ ਦੀ ਆਪਣੀ ਅਵਸਥਾ, ਉੱਥੇ ਇਹਨਾਂ ਦਾ ਜ਼ਿਕਰ ਆਉਂਦਾ। ਉਹ ਜੋ ਸਾਖੀ ਚੇਤਨ ਹੈ, ਤਿੰਨਾਂ ਅਵਸਥਾ ਦਾ ਮਾਲਕ, ਜਦੋਂ ਤਿੰਨਾਂ ਤੋਂ ਵੀ ਉੱਪਰ ਟੱਪ ਜਾਂਦਾ ਜੀਵ, ਸੁਪਨ ਅਵਸਥਾ ਤੋਂ, ਜਾਗਰਤ ਅਵਸਥਾ ਤੋਂ, ਸਖੋਪਤ ਅਵਸਥਾ ਤੋਂ ਵੀ ਉੱਪਰ ਚਲੇ ਜਾਂਦਾ ਚੌਥੇ ਵਿੱਚ, ਉੱਥੇ ਕਹਿੰਦੇ ਮੁਸੁੰਨੰ, ਉਹ ਚੇਤਨ ਰੂਪ ਹੈ ਉੱਥੇ। ਹੁਣ ਚੇਤਨ ਕਿਸ ਪ੍ਰਕਾਰ ਦਾ ਹੈ? ਸੁੰਨ ਚੇਤਨ ਇੱਕ ਜੜ ਚੇਤਨ ਹੈ। ਮਾਇਆ ਚੇਤਨ ਰੂਪ ਉਦੋਂ ਹੁੰਦੀ ਜਦੋਂ ਇਹ 'ਚ ਬ੍ਰਹਮ ਦਾ ਆਭਾਸ ਪੈਂਦਾ, ਬ੍ਰਹਮ ਦਾ ਪ੍ਰਕਾਸ਼ ਪੈਂਦਾ। ਵੈਸੇ ਮਾਇਆ ਜੜ ਹੈ, ਖੁਦ ਵਿੱਚ ਹਿੱਲਣ ਜੁਲਣ ਦੀ ਸ਼ਕਤੀ ਨਹੀਂ। ਪਰ ਜਦੋਂ ਜਿਹੜਾ ਬ੍ਰਹਮ ਹੈ ਉਹ ਚੇਤਨ ਸੁੰਨ ਹੈ। ਸੋ ਇਸ ਤਰੀਕੇ ਨਾਲ ਜਿਵੇਂ ਕਿਸੇ ਮਨੁੱਖ ਦੇ ਅੰਦਰੋਂ ਉਹਦੀ ਜੋਤ ਨਿਕਲ ਜਾਵੇ, ਉਹ ਜੜ ਹੋ ਜਾਂਦਾ, ਭਾਵ ਪੱਥਰ ਵੱਤ ਹੋ ਜਾਂਦਾ, ਹਿੱਲ ਜੁਲ ਨਹੀਂ ਸਕਦਾ। ਸਰੀਰ ਦੇਖਣ ਨੂੰ ਚੰਗਾ ਭਲਾ ਲੱਗਦਾ ਕਿ ਹੁਣੇ ਉੱਠ ਕੇ ਬੈਠ ਜਾਵੇਗਾ, ਹੁਣੇ ਬੋਲੇਗਾ। ਪਰ ਜਦੋਂ ਉਹਦੀ ਜੋਤ ਕਿਤੇ ਫੇਰ ਵਾਪਸ ਆ ਜਾਵੇ ਤਾਂ ਉਹ ਉੱਠ ਕੇ ਬੈਠ ਜਾਂਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਚੇਤਨ ਅਵਸਥਾ ਦੇਣ ਵਾਲਾ ਹੈ। ਪਰ ਮਨੁੱਖ ਦੇ ਅੰਦਰ ਜਿਉਂ ਹੀ ਚੇਤਨ ਅਵਸਥਾ ਆਉਂਦੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹਦਾ ਧਿਆਨ ਚੇਤਨ ਹੁੰਦਿਆਂ ਨਾਲ ਜੜ ਮਾਇਆ ਵੱਲ ਧਿਆਨ ਨਿਕਲ ਜਾਂਦਾ। ਕਿਉਂਕਿ ਬ੍ਰਹਮ ਨਿਰਲੇਪ ਹੈ ਮਾਇਆ ਤੋਂ, ਇਸ ਕਰਕੇ ਉਹਦੇ ਵਿੱਚ ਕੇਵਲ ਸੁੰਨ ਚੇਤਨ ਹੈ। ਜਿਵੇਂ ਆਮ ਤੌਰ 'ਤੇ ਕਿਸੇ ਥਾਂ 'ਤੇ ਸੱਟ ਵੱਜ ਜਾਵੇ, ਡਾਕਟਰ ਸੂਈਆਂ ਚਬੋ ਦੇਖਦੇ ਆ, ਕਹਿੰਦੇ ਕਿਉਂ, ਕੁਛ ਪਤਾ ਲੱਗਿਆ? ਕਿ ਨਾ, ਉਹ ਜੜ ਸੁੰਨ ਹੋ ਗਿਆ। ਕਈ ਬੰਦਿਆਂ ਨਾਲ ਐਸੇ ਭਾਣੇ ਵਰਤੇ ਐਕਸੀਡੈਂਟ ਹੋ ਗਿਆ, ਕਈ ਸਾਲ ਲੱਤ ਵਿੱਚ ਸੂਈਆਂ ਚਬੋ ਡਾਕਟਰ ਦੇ, ਜੜ ਸੁੰਨ ਹੋ ਜਾਣਾ। ਲੱਤ ਵਿੱਚ ਚੇਤਨਤਾ ਹੈ ਤਾਂ ਤੱਤਾ ਠੰਡਾ ਕੁਝ ਚੁੱਭ ਜਾਣਾ, ਸੱਟ ਲੱਗਣੀ ਫੱਟ ਦੱਸ ਦਿੰਦਾ। ਸੋ ਚੇਤਨ ਦੀ ਗੱਲ ਕਰਦੇ ਹਾਂ ਕਿ ਸੁੰਨ ਚੇਤਨ। ਜਿਵੇਂ ਆਹ ਮਾਈਕ ਹੀ ਹੈ ਜਿਹਦੇ ਵਿੱਚ ਆਪਾਂ ਬੋਲਦੇ ਹਾਂ, ਮਾਈਕ ਆਨ ਕਰਕੇ ਇੱਕ ਵੱਡੇ ਸਾਰੇ ਹਾਲ ਦੇ ਵਿੱਚ ਰੱਖ ਦਈਏ, ਦਰਵਾਜ਼ੇ ਲਾ ਦਈਏ, ਕੋਈ ਬੰਦਾ ਅੰਦਰ ਨਾ ਹੋਵੇ, ਮਾਈਕ ਚੱਲ ਰਿਹਾ ਪਰ ਉਹਦੇ ਵਿੱਚ ਕੋਈ ਆਵਾਜ਼ ਨਹੀਂ ਚੱਲ ਰਿਹਾ ਹੈ, ਸੁੰਨ ਨਹੀਂ ਹੈ। ਚੇਤਨ ਤਾਂ ਹੈ ਪਰ ਚੇਤਨ ਸੁੰਨ ਹੈ। ਜਦੋਂ ਕੋਈ ਬੋਲੇਗਾ ਤਾਂ ਆਵਾਜ਼ ਆਵੇਗੀ। ਇਸੇ ਤਰ੍ਹਾਂ ਬ੍ਰਹਮ ਵੀ ਸੁੰਨ ਚੇਤਨ ਹੈ। ਉਹ ਸੁੰਨ ਚੇਤਨ ਵਿੱਚ ਮਾਇਆ ਨਹੀਂ। ਸੁੰਨ ਚੇਤਨ ਨੂੰ ਕਿਤੋਂ ਚੇਤਨਤਾ ਲੈਣ ਦੀ ਲੋੜ ਨਹੀਂ ਪੈਂਦੀ। ਉਹ ਬ੍ਰਹਮ ਜਿੱਥੇ ਕੋਈ ਸੰਕਲਪ ਨਾ ਕੋਈ ਵਿਕਲਪ, ਕੁਛ ਵੀ ਨਹੀਂ ਹੈ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ
ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਇਹ ਸਾਰੀ ਅਸ਼ਟਪਦੀ ਪੜ੍ਹਨ ਵਾਲੀ ਹੈ, ਵਿਚਾਰਨ ਵਾਲੀ ਹੈ। ਸੁਖਮਨੀ ਸਾਹਿਬ ਦੀ ਕਥਾ ਸਰਵਣ ਕਰ ਸਕਦੇ ਹਾਂ ਇਹਦੇ ਵਾਸਤੇ। ਆਓ ਸਤਿਗੁਰੂ ਮਹਾਰਾਜ ਦੇ ਪਿਆਰੇ ਹੋਰ ਵੀ ਵਿਚਾਰ ਦਿੰਦੇ ਨੇ। ਇੱਕ ਅੰਤਰੀਵ ਸੁੰਨ ਹੈ, ਇੱਕ ਬਾਹਰ ਵੀ ਸੁੰਨ ਹੈ, ਇੱਕ ਤ੍ਰੈ ਭਵਨ ਹੀ ਸੁੰਨ ਮੁਸੁੰਨੰ ਹੈ। ਮੁਸੁੰਨੰ ਦਾ ਅਰਥ ਕਈ ਜਿਹੜੇ ਸਿਆਣੇ ਆ ਉਹ ਸੁੰਨ ਵੀ ਕਰਦੇ ਨੇ। ਅੰਦਰ ਦੀ ਸੁੰਨ, ਬਾਹਰ ਦੀ ਵੀ ਸੁੰਨ, ਇਹ ਦੋਵੇਂ ਸੁੰਨਾਂ ਤ੍ਰੈ ਭਵਨ ਦੀ ਸੁੰਨ ਤੇ ਅੰਤਰਗਤ ਜੋ ਤ੍ਰਿਭਾਵਨ ਕੇ ਸੁੰਨ ਮੁਸੁੰਨੰ ਦੀ ਪਰਸਪਰ ਕਿਰਿਆ ਦੇ ਆਸਰੇ ਪ੍ਰਾਣਧਾਰੀ ਹੁੰਦੀ ਹੈ। ਇਹ ਸੁੰਨ ਅਸੁੰਨ ਦੀ ਦਵੰਦ ਕਿਰਿਆ ਹੈ ਤੇ ਚੌਥੇ ਟਿਕਾਣੇ ਤੇ ਦਵੰਦਾਤੀਤ ਸੁੰਨ ਪਰਮਾਤਮਾ ਹੈ ਜੋ ਆਦਿ ਪੁਰਖ ਨਿਰੰਜਨ ਦੇਵ ਹੈ। ਮਾਫ ਕਰਨਾ, ਥੋੜ੍ਹਾ ਜਿਹਾ ਵਿਚਾਰ ਕਾਫੀ ਡੂੰਘਾ ਹੈ, ਪਰ ਕਿਉਂਕਿ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਦੀ ਵਿਚਾਰ ਹੋ ਰਹੀ ਹੈ ਔਰ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਉਦੋਂ ਜਦੋਂ ਜਪਜੀ ਸਾਹਿਬ ਦੀ ਕਥਾ ਸੁਣੀਏ ਜਾਂ ਕਥਾ ਦੇ ਵਿੱਚ ਇੱਕ ਆਤਮਿਕ ਗਿਆਨ ਕਥਾ ਹੈ। ਸੋ ਜਿਹਦੇ ਵਿੱਚ ਆਤਮ ਗਿਆਨ ਵਿੱਚ ਆਪ ਜੀ ਸਰਵਣ ਕਰੋਗੇ ਕਿਸ ਤਰ੍ਹਾਂ ਜੀਵ ਦੀ ਅਵਸਥਾ ਕਿੱਥੇ ਤੱਕ ਚਲੀ ਜਾਂਦੀ, ਉੱਥੋਂ ਪਤਾ ਲੱਗਦਾ ਆਤਮ ਗਿਆਨ ਦੇ ਵਿੱਚੋਂ। ਕਿਉਂਕਿ ਜਦੋਂ ਹਿਰਦੇ 'ਚ ਨਿਰੋਲ ਵਾਹਿਗੁਰੂ ਨਾਮ ਦੀ ਸੱਚਾਈ ਪ੍ਰਗਟ ਹੋ ਪੈਂਦੀ ਹੈ ਨਾ, ਤਾਂ ਇਹ ਯਕੀਨ ਬਣ ਜਾਂਦਾ ਹੈ ਕਿ ਅੰਦਰ ਤੇ ਬਾਹਰ ਭਾਵ ਗੁਪਤ ਤੇ ਪ੍ਰਗਟ, ਦਿਸਦੇ ਤੇ ਅਣਦਿਸਦੇ ਪਦਾਰਥਾਂ ਵਿੱਚ ਹਰ ਥਾਂ ਸਾਰੀ ਤਰਲੋਕੀ ਵਿੱਚ ਉਹੀ ਵਾਹਿਗੁਰੂ ਵਿਆਪਕ ਹੈ, ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ। ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ ਨਾ। ਇਹਦੇ ਬਾਰੇ ਇੱਕ ਹੋਰ ਵਿਦਵਾਨ ਦੀ ਰਾਏ ਵੀ ਦੇਖ ਲੈਂਦੇ ਹਾਂ ਕਿ ਆਪਣੇ 'ਚ ਪੰਥ ਵਿੱਚ ਡਾਕਟਰ ਬਲਬੀਰ ਸਿੰਘ ਜੀ ਬੜੇ ਸਿਆਣੇ ਵਿਦਵਾਨ ਹੋਏ ਨੇ। ਉਹ ਲਿਖਦੇ ਨੇ ਕਿ ਸੁਣਨ ਬਾਰੇ ਜੋ ਸਮਾਧਾਨ ਕੀਤਾ ਨਾ, ਉਹਨੂੰ ਸਿੱਧ ਗੋਸ਼ਟ ਇੱਕ ਅਧਿਐਨ ਵਿੱਚ ਭਾਈ ਜੋਧ ਸਿੰਘ ਜੀ ਨੇ ਪ੍ਰਸਤੁਤ ਕੀਤਾ ਹੈ। ਉਹਨਾਂ ਦਾ ਵਿਚਾਰ ਹੈ ਕਿ ਇਹ ਜਿਹੜੀਆਂ ਤਿੰਨੇ ਪੰਕਤੀਆਂ ਨਾਗਰਜਨ ਜੋ ਸ਼ੂਨਿਆਵਾਦ ਦਾ ਵੱਡਾ ਸਮਰਥਕ ਸੀ ਦੀ ਰਚੀ ਪੁਸਤਕ ਮੱਧਮੇਕ ਕਾਰਿਕਾ ਦੀ ਵ੍ਰਿੱਤੀ ਦੇ ਸਲੋਕਾਂ ਦਾ ਉਲਥਾ ਵੀ ਹਨ। ਹੁਣ ਸਤਿਗੁਰੂ ਜੀ ਫਰਮਾਉਂਦੇ ਹਨ, ਤੁਸੀਂ ਆਖਦੇ ਹੋ ਕਿ ਅੰਦਰ ਵੀ ਸੁੰਨ ਹੈ, ਬਾਹਰ ਵੀ ਸੁੰਨ ਹੈ, ਤਿੰਨਾਂ ਲੋਕਾਂ ਵਿੱਚ ਸੁੰਨ ਹੀ ਸੁੰਨ ਹੈ। ਜੋ ਮਨੁੱਖ ਤੁਰੀ ਅਵਸਥਾ ਦੇ ਸੁੰਨ ਨੂੰ ਜਾਣਦਾ ਹੈ ਉਹ ਪਾਪ ਪੁੰਨ ਤੋਂ ਅਲੇਪ ਹੋ ਜਾਂਦਾ ਹੈ। ਜੋ ਮਨੁੱਖ ਤੁਰੀਆ ਅਵਸਥਾ ਦੇ ਸੁੰਨ ਨੂੰ ਜਾਣਦਾ, ਪਹਿਲਾਂ ਤਾਂ ਆਪਾਂ ਨੂੰ ਹੁਣ ਤੁਰੀ ਅਵਸਥਾ ਲੱਭਣੀ ਪਵੇਗੀ ਕੀ ਹੁੰਦੀ ਹੈ। ਇਹ ਜਿਹੜੀਆਂ ਬ੍ਰਹਮ ਗਿਆਨ ਦੀਆਂ 7 ਭੂਮਿਕਾ ਨੇ, ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪੱਤ, ਪਦਾਰਥਾ ਭਾਵਨੀ, ਅੰਸ ਸਖਤ, ਫਿਰ ਤੁਰੀਆ ਅਵਸਥਾ, ਫਿਰ ਤੁਰੀਆ ਅਤੀਤ ਅਵਸਥਾ, ਇਹ ਜਪਜੀ ਸਾਹਿਬ ਦੀ ਕਥਾ 'ਚ ਅਖੀਰ 'ਤੇ ਜਾ ਕੇ ਆਵੇਗਾ। ਮੈਨੂੰ ਪੜ੍ਹਨਾ ਤਾਂ ਔਖਾ ਨਹੀਂ, ਪਰ ਮੈਨੂੰ ਇਉਂ ਜਾਣਾ ਕਿ ਸਰੋਤਾ ਜਨਾਂ ਨੂੰ ਥੋੜ੍ਹਾ ਸੁਣ ਕੇ ਔਖਾ ਵੀ ਲੱਗੇਗਾ। ਇਸ ਕਰਕੇ ਆਪਾਂ ਨੂੰ ਉਹ ਜਦ ਤੱਕ ਜਪਜੀ ਸਾਹਿਬ ਦੀ ਕਥਾ ਜਾਂ ਆਤਮਿਕ ਗਿਆਨ ਕਥਾ ਨਹੀਂ ਸੁਣਦੇ ਉਦੋਂ ਤੱਕ ਇਹਨਾਂ ਗੱਲਾਂ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਉੱਚੀਆਂ ਚੀਜ਼ਾਂ ਨੇ। ਕਹਿਣ ਤੋਂ ਭਾਵ ਕਿ ਕਰਮਾਂ ਦੇ ਫਲ ਅਨੁਸਾਰ ਉਹਨੂੰ ਆਵਾਗਮਨ ਵਿੱਚ ਭਟਕਣਾ ਨਹੀਂ ਪੈਂਦਾ। ਇਹ ਆਤਮਿਕ ਗਿਆਨ 'ਚ ਆਵੇਗਾ ਜਿੱਥੇ ਸੰਚਿਤ ਕਰਮ ਨੇ, ਕਿਰੇਮਾਨ ਕਰਮ ਨੇ, ਫਿਰ ਸੰਚਿਤ ਕਰਮ ਨੇ, ਫਿਰ ਪਰਾਰਬਧ ਹੈ। ਬ੍ਰਹਮ ਗਿਆਨੀ ਆਪਣੀ ਪਰਾਰਬਧ ਨੂੰ ਬ੍ਰਹਮ ਗਿਆਨ ਨਾਲ ਕਿਵੇਂ ਸਾੜ ਦਿੰਦੇ ਨੇ, ਇਹਦਾ ਗਿਆਨ ਲੈਣਾ ਬਹੁਤ ਜ਼ਰੂਰੀ ਹੈ। ਉਹ ਆਤਮਿਕ ਗਿਆਨ ਵਿੱਚ ਸੁਣੋਗੇ। ਹੁਣ ਜਿਹੜੇ ਪੁਰਸ਼ ਸਾਰੇ ਘਟਾਂ ਵਿੱਚ ਵਰਤ ਰਹੀ ਸੁੰਨ ਦਾ ਭੇਦ ਸਮਝ ਲੈਂਦੇ ਨੇ, ਉਹ ਮਾਇਆ ਰਹਿਤ ਪ੍ਰਕਾਸ਼ ਸਰੂਪ ਆਦਿ ਪੁਰਖ ਦਾ ਰੂਪ ਹੋ ਜਾਂਦੇ ਨੇ। ਪਰ ਆਪਾਂ ਮੰਨਦੇ ਹਾਂ ਕਿ ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਮਹਾਰਾਜ ਖੁਦ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬਾਹਰੋਂ ਦੇਖਣ ਨੂੰ ਤਾਂ ਸਾਰਿਆਂ ਦੇ ਸਰੀਰ ਇੱਕੋ ਜਿਹੇ ਲੱਗਦੇ, ਪਰ ਅੰਦਰਲੀ ਅਵਸਥਾ ਦਾ ਫਰਕ ਪੈਂਦਾ। ਸਿੱਧ ਗੋਸ਼ਟ ਦੀ ਕਥਾ ਤਾਈਓ ਬਹੁਤ ਲੇਟ ਸ਼ੁਰੂ ਕੀਤੀ ਹੈ, ਕਿਉਂਕਿ ਸਰੋਤਾ ਜਨ ਪਹਿਲਾਂ ਸਧਾਰਨ ਕਥਾ ਪਹਿਲੀਆਂ ਸੁਣ ਕੇ ਉਦੋਂ ਬਾਅਦ ਇਸ ਬਹੁਤ ਪਵਿੱਤਰ ਅਤੇ ਡੂੰਘਾਈ ਵਾਲੇ ਬਚਨਾਂ ਵੱਲ ਆਨੰਦ ਮਾਣ ਸਕਣਗੇ ਸਰਵਣ ਕਰਕੇ। ਜਿਨ੍ਹਾਂ ਦੇ ਤਾਂ ਇਹ ਅਵਸਥਾ ਬਣੀ ਆ ਉਹਨਾਂ ਨੂੰ ਤਾਂ ਬੜੀ ਖੁਸ਼ੀ ਹੁੰਦੀ ਸੁਣ ਕੇ, ਸਮਝ ਵੀ ਲੈਂਦੇ ਨੇ। ਕੁਛ ਜਿਹੜੇ ਵਿਦਾਂਤ ਦਾ ਪ੍ਰਕਰਨ ਜਾਣਦੇ ਨੇ ਉਹਨਾਂ ਨੂੰ ਵੀ ਗਿਆਨ ਹੈ। ਹੁਣ ਜੋ ਮਨੁੱਖ ਨਿਰੰਜਨ ਨਾਮ ਵਿੱਚ ਲੱਗਿਆ ਹੋਇਆ ਉਹ ਵਿਧਾਤਾ ਪੁਰਖ ਦਾ ਰੂਪ ਹੈ।
ਯੁਕਤੀ ਇਸ ਵਿੱਚ ਇਹ ਹੈ ਕਿ ਸੁਣਨ ਦਾ ਧਿਆਨ ਕਰਕੇ ਸੁਣਨ ਦਾ ਰੂਪ ਹੋ ਸਕਦਾ ਹੈ। ਪ੍ਰਕਾਸ਼ ਸਰੂਪ ਨਿਰੰਜਨ ਦਾ ਰੂਪ ਕਿਵੇਂ ਹੋ ਸਕਦਾ? ਹੁਣ ਇੱਕ ਹੋਰ ਇਤਰਾਜ਼ ਜਿਹੜਾ ਸੀ ਗੁਰੂ ਜੀ ਯੋਗੀਆਂ ਦੀ ਇਸ ਮਨਾਉਣ ਉੱਤੇ ਕਰਦੇ ਨੇ ਕਿ ਹਠ ਯੋਗੀ ਮੰਨਦੇ ਨੇ ਕਿ ਜਦੋਂ ਪ੍ਰਾਣ ਹਿਰਦੇ ਦੇ ਅਨਹਤ ਚੱਕਰ ਵਿੱਚੋਂ ਹੁੰਦੇ ਬ੍ਰਹਮ ਗ੍ਰੰਥੀ ਨੂੰ ਵਿੰਨ ਕੇ ਅਗਾਹਾਂ ਲੰਘਦੇ ਨੇ ਨਾ, ਤਾਂ ਗਹਿਣਿਆਂ ਦੀ ਛਣਕਾਰ ਵਰਗੀ ਮਿੱਠੀ ਮਿੱਠੀ ਆਵਾਜ਼ ਸੁਣੀ ਜਾਂਦੀ ਹੈ। ਇਹ ਹੁੰਦਾ ਤਾਂ ਆਪਣੇ ਨਾਲ ਵੀ ਹੈ। ਜਿਵੇਂ ਇੱਕ ਵਾਰੀ ਨਿਊਯਾਰਕ ਤੋਂ ਇੱਕ ਸਿੰਘ ਦਾ ਫੋਨ ਆਇਆ ਸੀ, ਕਹਿੰਦਾ ਮੇਰੇ ਅੰਦਰ ਜਿਵੇਂ ਕੋਈ ਢੋਲਕੀਆਂ ਛੇਣੇ ਜਿਹੇ ਵੱਜਦੇ ਇਸ ਤਰ੍ਹਾਂ ਇਹ ਹੋਣ ਲੱਗ ਪਈ। ਇਹ ਕੀ ਅਵਸਥਾ ਹੋਈ? ਉਹ 25 ਪਾਠ ਜਪਜੀ ਸਾਹਿਬ ਦੇ ਸੁਣ ਕੇ ਕਰਦਾ ਸੀ। ਅਸਲ ਵਿੱਚ ਉਹ 3 ਕੁ ਮਹੀਨਿਆਂ 'ਚ ਉਹਦੀ ਅਵਸਥਾ ਖੁੱਲ੍ਹ ਆਈ। ਮੈਂ ਕਿਹਾ ਵੀ ਨਾਲ ਗੁਰਮੰਤਰ ਦਾ ਜਾਪ ਹੋ ਰਿਹਾ ਉਹਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਹਾਂ ਜੀ। ਮੂੰਹ 'ਚ ਰਸ ਆ ਰਿਹਾ ਮਿੱਠਾ? ਹਾਂਜੀ। ਮੈਂ ਕਿਹਾ ਵੀ ਸ਼ੁਰੂ ਹੈ ਕੰਮ, ਹੁਣ ਸੰਭਾਲ ਲਈ। ਸੋ ਇਸ ਕਰਕੇ ਹੈ ਕਿ ਫਿਰ ਪਹਿਲਾਂ ਸ਼ੂਨਯ ਹਿਰਦੇ ਵਿੱਚ ਹੈ, ਪਹਿਲਾ ਜਿਹੜਾ ਸ਼ੂਨਯ ਆਪਣੇ। ਇਸੇ ਤਰ੍ਹਾਂ ਜਦੋਂ ਵਿਸ਼ੁੱਧੀ ਚੱਕਰ ਨੂੰ ਲੰਘ ਕੇ ਪ੍ਰਾਣ ਵਿਸ਼ਨੂੰ ਗ੍ਰੰਥੀ ਨੂੰ ਵਿੰਨਦੇ ਨੇ ਨਾ ਅਤੇ ਸੰਗ ਦੇ ਅਤੀ ਸ਼ੂਨਯ ਵਿੱਚ ਪੁੱਜਦੇ ਨੇ ਤਾਂ ਭੇਰੀ ਦੀ ਆਵਾਜ਼ ਸੁਣਦੀ ਹੈ। ਮੈਨੂੰ ਪਤਾ ਕਿ ਸਰੋਤਿਆਂ ਦੇ ਕਈ ਚੀਜ਼ਾਂ ਨਹੀਂ ਵੀ ਹਲੇ ਪਕੜ ਵਿੱਚ ਆਉਣਗੀਆਂ। ਆਪਾਂ ਕਹੇ ਸਿਰ ਦੇ ਉੱਪਰੋਂ ਹੀ ਗੱਲਾਂ ਲੰਘ ਗਈਆਂ ਸਾਰੀਆਂ। ਬੈਖਰੀ ਬਾਣੀ, ਮੱਧਮਾ ਕੰਠ ਵਿੱਚ ਪਸੰਤੀ, ਪਰਾ ਬਾਣੀ ਨਾਭੀ ਦੇ ਵਿੱਚ ਜਾ ਕੇ ਪਸੰਤੀ ਹਿਰਦੇ 'ਚ, ਇਹ ਉੱਥੋਂ ਦਾ ਕੁਛ ਗਿਆਨ ਹੋ ਰਿਹਾ ਕਿ ਜਦੋਂ ਪ੍ਰਾਣ ਭਰਵੱਟਿਆਂ ਦੇ ਵਿਚਕਾਰ ਆਗਿਆ ਚੱਕਰ ਲੰਘ ਕੇ ਰੁਦਰ ਗ੍ਰੰਥੀ ਨੂੰ ਵਿੰਨਦੇ ਤਾਂ ਇੱਕ ਪ੍ਰਕਾਰ ਦੇ ਢੋਲ ਦੀ ਆਵਾਜ਼ ਸੁਣਦੀ ਹੈ। ਜਦੋਂ ਅੱਗੇ ਦੇਵ ਸਥਾਨ ਵਿੱਚ ਅੱਪੜਦੇ ਹਨ ਤਾਂ ਵੀਣਾ ਦੀ ਆਵਾਜ਼ ਆਉਂਦੀ ਹੈ। ਸੰਘ ਵਿੱਚ ਅਤੀ ਸ਼ੂਨਯ ਹੈ ਅਤੇ ਭਰਵੱਟਿਆਂ ਵਿਚਕਾਰ ਮਹਾਂ ਸ਼ੂਨਯ ਹੈ। ਜਦੋਂ ਚਿੱਤ ਧੇ ਨਾਲ ਇੱਕ ਰੂਪ ਹੋ ਜਾਂਦਾ, ਭਾਵ ਧਿਆਤਾ ਧਿਆਨ ਧੇ, ਧਿਆਤਾ ਜੋ ਮੈਂ ਫਰਜ਼ ਕਰੋ ਧਿਆਉਣ ਵਾਲਾ ਅਤੇ ਉਹਦਾ ਧਿਆਨ ਕਰਨਾ, ਧੇ ਜਿਹਨੂੰ ਧਿਆਉਂਦੇ ਆ, ਤਾਂ ਯੋਗੀ ਈਸ਼ਵਰ ਵੱਤ ਉਤਪਤੀ ਤੇ ਸੰਘਾਰ ਕਰਤਾ ਹੋ ਜਾਂਦਾ ਹੈ। ਇਹ ਬਚਨ ਹਠ ਯੋਗ ਪ੍ਰਦੀਪਕਾ ਦੇ ਵਿੱਚ 70 ਤੇ 77 ਜਿਹੜਾ ਅਧਿਆਇ ਉਹਦੇ 'ਚ ਅਧਿਆਇ ਚੌਥੇ 'ਚ ਲਿਖੇ ਆ, ਸਲੋਕ 17ਵਾਂ ਤੇ 77ਵਾਂ। ਹੁਣ ਸੁਣਨ ਬਾਰੇ ਵਿਸਥਾਰ ਸਹਿਤ ਵਿਆਖਿਆ ਜਿਹੜੀ ਹੈ ਉਹ ਆਪਾਂ ਨਾਲ ਨਾਲ ਵਿਚਾਰ ਕਰਦੇ ਜਾਵਾਂਗੇ। ਆਓ ਅਗਲੀ ਪੌੜੀ ਪਰ ਆਰੰਭ ਕਰਦੇ ਹਾਂ। 52ਵੀਂ ਪੌੜੀ 'ਚ ਕਹਿੰਦੇ ਨੇ, ਸੁਣੋ ਸੁਣ ਕਹੈ ਸਭ ਕੋਈ। ਹੁਣ ਸਿੱਧਾ ਨੇ ਹੋਰ ਪ੍ਰਸ਼ਨ ਇਹ ਕੀਤੇ ਨੇ ਕਿ ਸੁਣ ਹੀ ਸੁਣ ਸਭ ਕੋਈ ਕਹਿੰਦਾ, ਭਾਵ ਉਸ ਬਾਰੇ ਜਾਣਨਾ ਚਾਹੁੰਦਾ ਹੈ। ਅਨਹਤ ਸੁਣ ਕਹਾਂ ਤੇ ਹੋਈ, ਪਰ ਜੋ ਨਾਸ ਤੋਂ ਰਹਿਤ ਸੁਣ ਹੈ ਉਹ ਕਿੱਥੋਂ ਹੋਈ ਹੈ? ਕਿਉਂਕਿ ਅੱਗੇ ਤੋਂ ਅੱਗੇ ਪ੍ਰਗਟ ਤਾਂ ਹੁੰਦਾ ਨਾ ਕਿਵੇਂ ਨਾ ਕਿਵੇਂ। ਸੁਣ ਅਨਹਤ ਸੁਣ ਇੱਕ ਰਸ ਪ੍ਰਗਟ, ਸੁਣੋ ਸੁਣ ਨਿਰੋਲ ਸੁਣ ਪ੍ਰਮਾਤਮਾ। ਅਨਹਤ ਸੁਣ ਰੱਤੇ ਸੇ ਕੈਸੇ, ਜਿਹੜੇ ਅਨਹਤ ਸੁਣ ਨਾਲ ਰੱਤੇ ਹਨ ਉਹ ਕਿਹੋ ਜਿਹੇ ਹੁੰਦੇ ਨੇ? ਮਹਾਰਾਜ ਗੁਰੂ ਨਾਨਕ ਦੇਵ ਜੀ ਇਸੇ ਪੌੜੀ ਵਿੱਚ ਹੀ ਹੁਣ ਉਹਨਾਂ ਨੂੰ ਜਵਾਬ ਦਿੰਦੇ ਨੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਉੱਤਰ ਵਿੱਚ ਫਰਮਾਉਂਦੇ ਨੇ ਕਿ ਵਾਹਿਗੁਰੂ ਤੋਂ ਜੋ ਪੈਦਾ ਹੋਏ ਨੇ ਨਾ ਉਹ ਉਸ ਵਰਗੇ ਹੀ ਹੋ ਜਾਂਦੇ ਨੇ। ਵਾਹਿਗੁਰੂ ਆਖੋ, ਵਾਹਿਗੁਰੂ। ਕਿਉਂਕਿ ਜੀਵ ਜਿੱਥੋਂ ਆਇਆ ਹੈ ਨਾ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਹੁਣ ਜਿੱਥੇ ਕ ਆਪਾਂ ਆਕਾਸ਼ ਵਿੱਚ ਉਡਾਰੀ ਲਾ ਰਹੇ ਹਾਂ ਨਾ ਇਸ ਕਥਾ ਦੇ ਰਾਹੀਂ, ਇਹ ਬਹੁਤ ਉੱਚ ਕੋਟੀ ਦੀ ਅਵਸਥਾ ਦੀ ਆਪਾਂ ਜ਼ਿਕਰ ਕਰ ਰਹੇ ਹਾਂ। ਜਿੱਥੇ ਕਿ ਮੇਰੇ ਵਿਚਾਰ 'ਚ ਸਧਾਰਨ ਜੀਵ ਤਾਂ ਇਹੀ ਕਹਿ ਦੇਣਗੇ ਇਹ ਗੱਲਾਂ ਹੁੰਦੀਆਂ ਹੀ ਨਹੀਂ ਜਾਂ ਇਹ ਗੱਲਾਂ ਜੋਗੀਆਂ ਦੀ ਨਹੀਂ। ਗੁਰਮੁਖੋ ਬਾਣੀ ਪੜ੍ਹਨ ਨਾਲ ਬਹੁਤ ਕੁਛ ਹੁੰਦਾ। ਹੁਣ ਜਿਨ੍ਹਾਂ ਨੂੰ ਤਾਂ ਪਤਾ ਹੈ ਤੇ ਉਹ ਤਾਂ ਖੁਸ਼ ਹੁੰਦੇ ਨੇ, ਪਰ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਉਹ ਵਿਚਾਰੇ ਇੱਧਰਲੀਆਂ ਉੱਧਰਲੀਆਂ ਗੱਲਾਂ ਸੁਣ ਕੇ ਭਟਕੇ ਵੀ ਰਹਿੰਦੇ ਨੇ। ਭਟਕੋ ਨਾ, ਪ੍ਰਾਪਤੀ ਕਰਨੀ ਹੈ। ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਦਾ ਅਭਿਆਸ, ਆਨੰਦ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ, ਜਾਂ 101 ਸਹਿਜ ਪਾਠ ਕਰਕੇ ਦੇਖ ਲਓ, ਫਿਰ ਇਹੋ ਜਿਹੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁਣ ਉਹ ਜਿਹੜੇ ਨੇ ਉਹ ਰੱਬ ਵਰਗੇ ਜਿਹੜੇ ਬਣ ਗਏ ਨੇ, ਉਹ ਇਹ ਜਨਮ ਨਾ ਮਰਹਿ ਨਾ ਆਵਹਿ ਜਾਹੇ। ਉਹ ਜੰਮਦੇ ਮਰਦੇ ਨਹੀਂ ਤੇ ਨਾ ਆਉਂਦੇ ਨੇ ਨਾ ਜਾਂਦੇ ਨੇ। ਨਾਨਕ ਗੁਰਮੁਖ ਮਨ ਸਮਝਾਹੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਉਹ ਗੁਰੂ ਦੁਆਰਾ, ਕਿਉਂਕਿ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਕਿ ਮਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।
ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਮਨ ਨੂੰ ਸਮਝਾਉਂਦੇ ਨੇ ਸਤਿਗੁਰ ਦੇ ਸ਼ਬਦ ਦੇ ਰਾਹੀਂ। 9 ਸਰ ਸੁਭਰ 10 ਮੈਂ ਪੂਰੇ। ਜਿਹੜੇ 9 ਸਰ ਨੇ ਭਾਵ 9 ਗੋਲਕਾਂ ਨੇ, 9 ਗੋਲਕਾਂ ਨੂੰ ਨੱਕੋ ਨੱਕ ਭਰ ਕੇ 10ਵੇਂ ਦੁਆਰ ਨੂੰ ਪੂਰ ਲਿਆ ਜਾਵੇ ਜੀ। 9 ਜਿਹੜੀਆਂ ਗੋਲਕਾਂ ਨੇ, 2 ਅੱਖਾਂ 2 ਕੰਨ ਹੋ ਗਏ, ਨੱਕ ਦੀਆਂ 2 ਨਾਸਕਾਂ, ਮੁੱਖ ਹੋ ਗਿਆ। ਬਾਕੀ ਕਿਰਿਆ ਜਿਹੜੀ ਹੈ ਹੋ ਜਾਂਦੀ ਪਿਸ਼ਾਬ ਆਦਿਕ ਦੀ ਕਿਰਿਆ, ਗੰਦਗੀ ਦੀ ਕਿਰਿਆ। ਇਹ ਗਿਣਤੀ 'ਚ 9 ਰਸਤੇ ਨੇ। ਇਹਨਾਂ ਉੱਤੇ ਇਹਨਾਂ ਦੇ ਭਾਵ ਇੰਦਰੀਆਂ ਦੀ ਪੂਰਨ ਤੌਰ 'ਤੇ ਤ੍ਰਿਪਤੀ ਹੋ ਜਾਏ ਜਦੋਂ ਇਹਨਾਂ ਦੇ ਉੱਤੇ ਕਾਬੂ ਪਾ ਲਈਏ। ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ 'ਤੇ ਕਾਬੂ। ਇਹ ਨੇਤਰੋ ਮੇਰਿਓ, ਇਹ ਸਰਵਣੋ ਮੇਰਿਓ, ਇਹ ਰਸਨਾ, ਇਹ ਸਰੀਰਾ ਮੇਰਿਆ। ਸਾਰਿਆਂ ਦੇ ਉੱਤੇ ਕਾਬੂ ਪਾਇਆ ਨਾ ਆਨੰਦ ਸਾਹਿਬ ਦੇ ਵਿੱਚ, ਕੰਟਰੋਲ ਕੀਤਾ ਹੈ। ਵਿਕਾਰਾਂ ਤੋਂ ਰਹਿਤ ਹੋਏ ਆ, ਸਵਾਦਾਂ ਤੋਂ ਰਹਿਤ ਹੋਏ ਆ। ਅੱਖਾਂ ਦੇਖਣ ਤੋਂ ਰੋਕ ਲਈਆਂ, ਕੰਨ ਰੋਕ ਲਏ ਨੇ। ਬਾਹਰਲੀਆਂ ਗੰਦੀਆਂ ਇਹ ਸਰਵਣੋ ਮੇਰਿਓ, ਬਾਹਰ ਨਾ ਜਾਓ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਜਿਹੜੇ ਵਿਕਾਰ ਨੇ ਸਾਰੇ ਪੱਖਾਂ ਤੋਂ, ਸਾਰੇ ਰਸਾਂ ਤੋਂ ਰੋਕ ਕੇ ਮਨ ਨੂੰ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਹੁਣ ਇੱਥੇ ਆ ਕੇ ਸਭ ਛੱਡਣਾ ਪੈਂਦਾ ਜੇ ਇਸ ਅਵਸਥਾ ਤੱਕ ਆਉਣਾ। ਤੁਸੀਂ ਗੱਲਾਂ ਕਰਦੇ ਹੋ ਵੀ ਆਹ ਖਾਣਾ ਚਾਹੀਦਾ, ਉਹ ਨਹੀਂ ਖਾਣਾ ਚਾਹੀਦਾ। ਇੱਥੇ ਤਾਂ ਮੈਂ ਕਹਿੰਦਾ ਇਕੱਲਾ ਦੁੱਧ 'ਤੇ ਹੀ ਗੱਲ ਆ ਜਾਂਦੀ। ਫਿਰ ਰੋਟੀ ਵੀ ਭਾਰੀ ਲੱਗਦੀ ਹੈ। ਥੋੜ੍ਹਾ ਜਿਹਾ ਦੁੱਧ, ਹਲਕਾ ਜਿਹਾ ਭੋਜਨ, ਖਿਚੜੀ ਆਦਿਕ, ਕਿਉਂਕਿ ਇਹ ਅਵਸਥਾ ਬਹੁਤ ਉੱਚੀ ਹੈ। ਪਰ ਜੇ ਆਪਾਂ ਮੋਟੀਆਂ ਚੀਜ਼ਾਂ ਖਾਂਦੇ ਰਹੇ ਜ਼ਿੰਦਗੀ 'ਚ, ਫਿਰ ਆਪਾਂ ਕਦੇ ਨਿੱਕੀਆਂ ਛੋਟੀਆਂ ਸੂਖਮ ਅਵਸਥਾ ਵੱਲ ਨਹੀਂ ਜਾ ਸਕਦੇ। ਹੁਣ ਕਹਿੰਦੇ ਨੇ 9 ਜਿਹੜੇ ਦਰਵਾਜ਼ੇ ਨੇ, 9 ਦਰਵਾਜ਼ੇ ਪ੍ਰਗਟ ਕੀਏ 10ਵਾਂ ਗੁਪਤ ਰਖਾ। 9 ਗੋਲਕਾਂ ਨੂੰ ਨੱਕੋ ਨੱਕ ਭਰ ਕੇ 10ਵੇਂ ਦੁਆਰ ਨੂੰ ਪੂਰ ਲਿਆ ਜਾਵੇ। ਭਾਵ ਇੰਦਰੀਆਂ ਦੀ ਪੂਰਨ ਤੌਰ 'ਤੇ ਜੇ ਤ੍ਰਿਪਤੀ ਹੋ ਜਾਵੇ ਨਾ। ਤਹ ਅਨਹਤ ਸੁਨ ਵਜਾਵਹਿ ਤੂਰੇ। ਤਾਂ ਉੱਥੇ ਅਨਹਤ ਦੇ ਵਾਜੇ ਵੱਜਦੇ ਨੇ। ਇੱਕ ਰਸ ਲਗਾਤਾਰ ਆਨੰਦਮਈ ਅਵਸਥਾ ਹੈ ਉਹ। ਅਨਹਤ ਸੁਨ ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਹੀ ਨਾ ਫੁਰੇ। ਵਜਾਵ ਹੈ ਤੂਰੇ ਤੋਂ ਭਾਵ ਵਾਜੇ ਉਹ ਜੋ ਵਜਾਉਂਦੇ ਨੇ। ਸਾਚੈ ਰਾਚੇ ਦੇਖ ਹਜੂਰੇ। ਨਾਮੀ ਜਿਹੜੇ ਨਾਮੀ ਸੱਚੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਵੇਖ ਕੇ, ਨਾਮੀ ਜੋ ਵਾਹਿਗੁਰੂ ਹੈ, ਜਿਹਦਾ ਨਾਮ ਆਪਾਂ ਜਪਦੇ ਹਾਂ, ਨਾਮੀ ਤੱਕ ਪਹੁੰਚਣ ਲਈ ਨਾਮ ਦੀ ਲੋੜ ਪੈਂਦੀ ਹੈ। ਜਦੋਂ ਨਾਮੀ ਦੀ ਪ੍ਰਾਪਤੀ ਹੋਊਗੀ ਤਾਂ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖ ਕੇ ਉਹਦੇ 'ਚ ਟਿਕੇ ਰਹਿੰਦੇ ਨੇ। ਦੇਖ ਹਜੂਰੇ ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੁ ਨ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨੀਐ। ਵਾਹਿਗੁਰੂ ਨੂੰ ਬਿਲਕੁਲ ਕਿ ਹਾਜ਼ਰ ਹਜੂਰ ਹੈ, ਕਿ ਜਾਹਰ ਜਹੂਰ ਹੈ। ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਘਾਟ ਘਾਟ ਸਾਚੋ ਰਹਿਆ ਭਰਪੂਰੇ। ਉਹ ਸੱਚ ਰੂਪ ਪਰਮੇਸ਼ਰ ਉਹਨਾਂ ਨੂੰ ਹਰੇਕ ਹਿਰਦੇ ਵਿੱਚ ਹੀ ਭਰਪੂਰ ਹੋਇਆ ਦਿਸਦਾ ਹੈ। ਬਈ ਜੋ ਮੇਰੇ ਹਿਰਦੇ 'ਚ ਹੈ ਉਹ ਪੰਛੀਆਂ ਵਿੱਚ ਵੀ ਆ, ਉਹ ਪਸ਼ੂਆਂ ਵਿੱਚ ਵੀ ਆ, ਉਸ ਦਰਖਤਾਂ ਵਿੱਚ ਵੀ ਹੈ, ਸਾਰਿਆਂ ਜੀਵਾਂ ਵਿੱਚ ਹੈ। ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਮਹਾਰਾਜ ਨੇ ਜਿਵੇਂ ਬਚਨ ਕੀਤਾ ਭਗਤ ਕਬੀਰ ਦੇ ਦੱਸਣਾ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿ ਮੁਰਗੀ ਮਾਰੇ। ਉਹ ਬੱਕਰੇ 'ਚ ਨਹੀਂ ਉਹਦੀ ਜੋਤ ਦੀ, ਨਹੀਂ ਤੈਨੂੰ ਮੁਰਗੇ 'ਚ ਨਹੀਂ ਦਿੰਦੀ। ਹਰ ਇੱਕ ਚੀਜ਼ ਵਿੱਚ ਉਹਦੀ ਜੋਤ ਹੈ। ਤਾਈਓ ਤਾਂ ਮੱਛੀ ਪਾਣੀ ਤੈਰਦੀ ਫਿਰਦੀ, ਜੇ ਜੋਤ ਨਿਕਲ ਜਾਂਦੀ ਨਿਕਲ ਗਈ। ਉਹਨੇ ਸਿਰਫ ਪਰਖਣ ਨੂੰ, ਦੇਖਣ ਨੂੰ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਰੱਖਤੀ ਵੀ ਲੈ ਵੀ ਇਹਨਾਂ ਚੀਜ਼ਾਂ ਵੱਲ ਨਹੀਂ ਦੇਖਣਾ। ਹੁਣ ਜਿਹਨੇ ਉੱਚੀ ਅਵਸਥਾ ਨਹੀਂ ਬਣਾਉਣੀ, ਉਹ ਤਾਂ ਧਿਆਨ ਹੀ ਹਰ ਟਾਈਮ ਖਾਣ ਪੀਣ ਪਹਿਰਨ ਭੋਗਣ ਵਿੱਚ ਲੱਗਿਆ, ਵਿਸ਼ਿਆਂ ਵਿਕਾਰਾਂ ਵੱਲ ਲੱਗਿਆ। ਪਰ ਜਿਨ੍ਹਾਂ ਨੇ ਉੱਪਰ ਉੱਠਣਾ ਉਹਨਾਂ ਦੀ ਅਲਪਹਾਰ ਸੁਲਭ ਸੀ ਨਿੰਦਰਾ।
ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਹਿਬੋ ਹਬੈਬੋ ਤ੍ਰੈਗੁਣਾਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲਿਆਵੈ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ ਰੇ ਮਨ ਐਸੋ ਕਰ ਸੰਨਿਆਸਾ। ਮੇਰੇ ਮਨਾ ਇਹੋ ਜਿਹਾ ਸੰਨਿਆਸ ਕਰ, ਜੇ ਕਰਨਾ ਬਾਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਸਾਰਾ ਕੁਝ ਮਨ ਦੇ ਅੰਦਰ ਹੀ ਹੁੰਦਾ, ਬਾਹਰ ਜੰਗਲਾਂ ਦੇ ਵਿੱਚ ਜਾ ਕੇ ਨਹੀਂ ਹੁੰਦਾ ਹੈ। ਆਓ ਗੁਰੂ ਨਾਨਕ ਦੇਵ ਜੀ ਕੀ ਦਿੰਦੇ ਨੇ ਵਿਚਾਰ, ਕੀ ਬਖਸ਼ਿਸ਼ਾਂ ਕਰਦੇ ਨੇ। ਗੁਪਤੀ ਬਾਣੀ ਪ੍ਰਗਟ ਹੋਏ, ਇਸ ਅਵਸਥਾ 'ਤੇ ਅੱਪੜ ਕੇ ਨਾ ਗੁਪਤੀ ਬਾਣੀ ਦਾ ਪ੍ਰਕਾਸ਼ ਹੁੰਦਾ, ਜਿਹੜਾ ਅੰਦਰੋਂ ਫਿਰ ਅਨਹਤ ਸ਼ਬਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੰਨੀ ਦਾ ਨਹੀਂ, ਬਹੁਤ ਜ਼ਿਆਦਾ ਆਨੰਦਮਈ ਅਵਸਥਾ। ਸਿਮਰਨ ਨਹੀਂ ਸਿਮਰਨ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਾਹੜ ਜਨਮ ਨਾ ਆਵਾ। ਖੂਨ ਦਾ ਕਤਰਾ ਵੀ ਕਹਿੰਦਾ ਵਾਹਿਗੁਰੂ। ਖੂਨ ਦੇ ਆਪਾਂ ਪਤਾ ਪੜ੍ਹੇ ਲਿਖੇ ਸਾਰੇ ਅੱਜ ਦੇ ਯੁੱਗ ਵਿੱਚ ਖੂਨ ਦੇ ਸੈੱਲ ਹੁੰਦੇ ਨੇ, ਸੈੱਲ, ਹਰ ਸੈੱਲ ਵਿੱਚੋਂ ਆਵਾਜ਼ ਹੁੰਦੀ ਵਾਹਿਗੁਰੂ। ਰੋਮਾਂ ਵਿੱਚੋਂ ਉਹਦੀ ਆਵਾਜ਼, ਹੱਡਾਂ ਵਿੱਚੋਂ ਆਵਾਜ਼। ਇਹ ਹੁਣ ਤੁਹਾਨੂੰ ਹੈਰਾਨੀਜਨਕ, ਹੱਡਾਂ 'ਚੋਂ ਉਹ ਪੂਰਾ ਸਰੀਰ ਦੇ ਵਿੱਚੋਂ ਹੀ ਅਨਹਤ ਧੁਨੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ ਉੱਥੇ। ਫਿਰ ਉਹ ਦੁਨੀਆ ਨਾਲੋਂ ਇੰਨਾ ਉੱਪਰ ਚਲਿਆ ਜਾਂਦਾ ਹੈ, ਉੱਥੇ ਦੁਨੀਆ ਨਾਲੋਂ ਮਿਲਣਾ ਹੀ ਛੱਡ ਦਿੰਦਾ, ਕਿਉਂਕਿ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ। ਆਪਾਂ ਕਹਿੰਦੇ ਹੁਣ ਪਰੇ ਪਰੇ ਰਹਿੰਦਾ ਜਾਂ ਇਕਾਂਤ ਬੈਠਾ ਰਹਿੰਦਾ, ਕੋਈ ਕਹਿੰਦਾ ਪਤਾ ਨਹੀਂ ਇਹਨੂੰ ਕੀ ਹੋ ਗਿਆ। ਹੁਣ ਉਹਦੀ ਅਵਸਥਾ ਦਾ ਕੋਈ ਉਹਨੂੰ ਮਿਲੇ ਤਾਂ ਉਹਦੇ ਨਾਲ ਗੱਲ ਕਰੇ। ਧੰਨ ਗੁਰੂ ਨਾਨਕ ਦੇਵ ਜੀ ਨੂੰ ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਤੁਸੀਂ ਬਾਹਰ ਜੰਗਲਾਂ ਵਿੱਚ ਜਦੋਂ ਬੈਠੇ ਹੋ ਨਾ, ਉਦੋਂ ਸਾਧੂ ਮਹਾਤਮਾ ਬੜੀਆਂ ਹੱਸ ਗੱਲਾਂ ਕਰਦੇ ਹੋ, ਇੱਧਰ ਹੱਥ ਕਰਦੇ ਹੋ ਇੱਧਰ ਕਰਦੇ ਹੋ, ਘਰ ਆ ਕੇ ਤੁਹਾਨੂੰ ਕੀ ਹੋ ਜਾਂਦਾ? ਮੰਜੇ 'ਤੇ ਪਏ ਤਾਂ ਪਏ ਰਹਿਣਾ, ਖਾਣਾ ਨਹੀਂ, ਬੋਲਣਾ ਨਹੀਂ। ਹੁਣ ਘਰਦਿਆਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਅਵਸਥਾ, ਕੇਵਲ ਬੇਬੇ ਨਾਨਕੀ ਜੀ ਨੂੰ ਪਤਾ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਗੁਪਤੀ ਬਾਣੀ ਦਾ ਜਦੋਂ ਪ੍ਰਕਾਸ਼ ਹੁੰਦਾ, ਹੁਣ ਮਹਾਰਾਜ ਕਹਿੰਦੇ ਨੇ ਨਾਨਕ ਪਰਖ ਲਏ ਸੱਚ ਸੋਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਜਿਹਨੂੰ ਇਹ ਬਾਣੀ ਪ੍ਰਗਟ ਹੁੰਦੀ ਆ, ਉਹ ਮਨੁੱਖ ਉਸ ਸੱਚ ਰੂਪ ਵਾਹਿਗੁਰੂ ਨੂੰ ਪਰਖ ਲੈਂਦਾ, ਭਾਵ ਪਛਾਣ ਲੈਂਦਾ, ਕਿਉਂਕਿ ਉਹਦੀ ਅਵਸਥਾ ਅੰਦਰੋਂ ਪ੍ਰਗਟ ਹੋ ਗਈ। ਕਿਉਂਕਿ ਮਿਹਨਤ ਬਹੁਤ ਹੈ ਇਹਨਾਂ ਅਵਸਥਾਵਾਂ 'ਤੇ, ਦੂਰੋਂ ਖੜ੍ਹ ਕੇ ਰੌਲਾ ਪਾਉਣ ਵਾਲਿਆਂ ਨੂੰ ਅਵਸਥਾ ਮਿਲਦੀ ਨਹੀਂ। ਗੁਰੂ ਵਾਲੇ ਬਣਨਾ ਪੈਂਦਾ, ਅਭਿਆਸ ਕਰਨਾ ਪੈਂਦਾ। ਹਾਂ, ਇਹ ਮੈਂ ਲਿਖ ਕੇ ਵੀ ਦੇ ਦਿੰਦਾ, ਯਕੀਨ ਨਾਲ ਵੀ ਕਹਿਣਾ, ਦਾਅਵੇ ਨਾਲ ਵੀ ਕਹਿਣਾ, ਗੁਰੂ ਦੀ ਹਜ਼ੂਰੀ 'ਚ ਬਹਿ ਕੇ ਵੀ ਕਹਿਣਾ ਕਿ ਇਹ ਹੈ, ਇਹ ਸਾਰਾ ਕੁਝ ਹੈ। ਮਿਲਦਾ ਉਹਨਾਂ ਨੂੰ, ਪਰ ਜਿਹੜੇ ਮਿਹਨਤ ਕਰਦੇ ਨੇ। ਸੈਂਕੜੇ ਗੁਰਮੁਖਾਂ ਦੇ ਦਰਸ਼ਨ ਦਾਸ ਨੇ ਕੀਤੇ ਨੇ ਐਸੀਆਂ ਅਵਸਥਾ ਵਾਲਿਆਂ ਦੇ, ਪਰ ਉਹ ਫਿਰ ਮੂੰਹ ਬੰਦ ਕਰਦੇ ਵੀ ਸਾਡਾ ਨਾਂ ਨਹੀਂ ਦੱਸਣਾ ਕਿਸੇ ਨੂੰ, ਕਿਉਂਕਿ ਉਹਨਾਂ ਦੀ ਅਵਸਥਾ ਘਟਦੀ। ਫਿਰ ਤਾਂ ਦੁਨੀਆ ਉਹਨਾਂ ਦੇ ਮੰਗਰੀ ਪੈ ਜਾਵੇਗੀ, ਮੇਰੀ ਅਰਦਾਸ ਕਰੋ, ਮੇਰਾ ਕੰਮ ਬਣਾਓ। ਉਹ ਡਰਦੇ ਨੇ। ਸੰਸਾਰੀ ਬੰਦਾ ਜਿਵੇਂ ਡਰਦਾ, ਕਿ ਬੈਂਕ ਬੈਲੈਂਸ ਕੋਈ ਦੱਸਦਾ ਕਿਸੇ ਨੂੰ, ਮੈਂ ਕਿੰਨੇ ਪੈਸੇ ਕਮਾਉਣਾ ਕੋਈ ਦੱਸਦਾ? ਰੱਬ ਦੇ ਪਿਆਰੇ ਆਪਣੀ ਭਗਤੀ ਕਦੇ ਨਹੀਂ ਦੱਸਦੇ ਕਿਸੇ ਨੂੰ। ਜਿਨ ਹਰ ਪਾਇਆ ਤਿਨੇ ਛਪਾਇਆ ਛੁਪਾ ਕੇ ਰੱਖਦੇ ਨੇ। ਸਹਿਜ ਭਾਏ ਮਿਲੀਐ ਸੁੱਖ ਹੋਵੈ। ਜੇ ਵਾਹਿਗੁਰੂ ਨੂੰ ਸਹਿਜ ਸੁਭਾਵਕ ਮਿਲੀਏ ਤਾਂ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ। ਸਹਿਜ ਸੁਭਾਵਕ ਸੁਤੇ ਸਿੱਧੀ ਸਿਮਰਨ ਕਰੀ ਜਾਣਾ। ਕਈ ਤਾਂ ਬਹੁਤ ਪਹਿਲਾਂ ਤਾਂ ਪੁੱਠਾ ਲਟਕਦੇ ਨੇ, ਕਈ ਬਹੁਤ ਕੁਛ ਕਰ ਕਰਾ ਕੇ ਫਿਰ ਪੁੱਠੇ ਕੰਮ ਕਰਨ ਲੱਗ ਜਾਂਦੇ। ਲੋ ਜੀ, ਰੱਬ ਤਾਂ ਮਿਲਿਆ ਨਹੀਂ। ਸਤਿਗੁਰੂ ਕਹਿੰਦੇ ਜ਼ਿੰਦਗੀ 'ਚ ਸਹਿਜ ਅਵਸਥਾ ਵਿੱਚ ਆਪਣੇ ਕਰਮ ਵੀ ਕਰਦੇ ਜਾਓ ਅਤੇ ਭਗਤੀ ਵੀ ਕਰੀ ਜਾਓ। ਗੁਰਮੁਖ ਜਾਗੈ ਨੀਂਦ ਨਾ ਸੋਵੈ। ਇਸ ਤਰ੍ਹਾਂ ਜੋ ਮਿਲਦਾ ਉਹ ਗੁਰਮੁਖ ਜਿਉੜਾ ਜਿਹੜਾ ਨਾ ਰੱਬ ਦਾ ਪਿਆਰਾ ਸੁਚੇਤ ਰਹਿੰਦਾ ਹੈ, ਉਹ ਕਿਹੜੀ ਨੀਂਦ 'ਚ ਨਹੀਂ ਸੌਂਦਾ? ਅਵਿਦਿਆ ਦੀ ਨੀਂਦ 'ਚ ਨਹੀਂ ਸੌਂਦਾ। ਥੋੜ੍ਹਾ ਬਹੁਤ ਸਰੀਰ ਨੂੰ ਆਰਾਮ ਦੇਣਾ ਹੁੰਦਾ ਗੁਰਮੁਖਾਂ ਨੇ। ਇੱਕ ਹੁੰਦਾ ਅਵਿਦਿਆ ਦੀ ਨੀਂਦ ਵਿੱਚ, ਕਿ ਜਦੋਂ ਆਪਾਂ ਸੌਂ ਜਾਂਦੇ ਕਈ ਵਾਰ ਗਲਤੀ ਕਰ ਲੈਂਦੇ ਹਾਂ, ਗੁਰਮਤ ਤੋਂ ਵਿਰੁੱਧ ਚਲੇ ਜਾਂਦੇ ਹਾਂ, ਦੂਜੇ ਦੇ ਪ੍ਰਭਾਵ ਥੱਲੇ ਆ ਕੇ ਗੁਰਮਤ ਦਾ ਤਿਆਗ ਕਰ ਦੇਣਾ। ਕਹਿਣਾ ਮੈਂ ਗੁਰਸਿੱਖ ਹਾਂ, ਜਦੋਂ ਕੋਈ ਇਹੋ ਜਿਹੀ ਗੱਲ ਆ ਬਣੀ ਫਿਰ ਜਾਂ ਤਾਂ ਉੱਚੀ ਉੱਚੀ ਰੋਣਾ ਜਾਂ ਬਹੁਤਾ ਹੱਸਣਾ, ਭੰਗੜੇ ਪਾਉਣ ਲੱਗ ਜਾਣਾ, ਫਿਰ ਕਹਿਣਾ ਇਹ ਕਲਚਰ ਹੈ। ਨਹੀਂ, ਸਤਿਗੁਰੂ ਕਹਿੰਦੇ ਨੇ ਅਵਿਦਿਆ ਦੀ ਨੀਂਦ 'ਚ ਗੁਰਮੁਖ ਕਦੇ ਸੌਂਦੇ ਨਹੀਂ। ਉਹ ਗਲਤੀ ਨਹੀਂ ਕਰਨਗੇ। ਜੇ ਉਹਨਾਂ ਨੂੰ ਕਹੋ ਵੀ ਕੋਈ ਨਹੀਂ, ਹੁਣ ਤਾਂ ਵਿਆਹ, ਹੁਣ ਤਾਂ ਮਾੜੀ ਮੋਟੀ ਲਾ ਲਓ, ਐਂ ਥੋੜ੍ਹੀ ਹੁੰਦਾ। ਜਾਂ ਹੁਣ ਤਾਂ ਮਾੜਾ ਮੋਟਾ ਚਲੋ ਕਰਨਾ ਚਾਹੀਦਾ ਜੀ, ਵਿਆਹ ਜੀ ਜਾਂ ਆ ਜੀ ਉਹ ਜੀ। ਨਹੀਂ, ਗੁਰਮੁਖ ਤਾਂ ਮਰਿਆਦਾ ਨੂੰ ਹੀ ਸ਼੍ਰੋਮਣੀ ਮੰਨਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਨ ਸ਼ਬਦ ਅਪਰੰਪਰ ਧਾਰੈ,
ਨਿਰਗੁਣ ਬ੍ਰਹਮ ਜਿਹੜਾ ਸ਼ਬਦ ਉਸ ਗੁਰਮੁਖ ਨੂੰ ਬੇਅੰਤ ਪਰਮੇਸ਼ਰ ਵਿੱਚ ਟਿਕਾਈ ਰੱਖਦਾ ਹੈ। ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਕਿਵੇਂ ਟਿਕਦਾ? ਸ਼ਬਦ ਦੇ ਨਾਲ। ਸੁਣ ਸ਼ਬਦ ਅਪਰੰਪਰ ਧਾਰ ਹੈ, ਕਿਉਂਕਿ ਸ਼ਬਦ ਦੇ ਦੁਆਰਾ ਉਹਦੇ ਵਿੱਚ ਟਿਕਦੇ ਹਾਂ ਆਪਾਂ, ਜਿਹਨੂੰ ਕਹਿੰਦੇ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਉਹਦੇ ਵਿੱਚ ਲੀਨ ਹੋ ਜਾਈਦਾ। ਕਹਿਤੇ ਮੁਕਤ ਸ਼ਬਦ ਨਿਸਤਾਰ ਹੈ, ਉਹ ਬ੍ਰਹਮ ਸ਼ਬਦ ਕਹਿੰਦਿਆਂ ਹਉਮੈ ਤੋਂ ਮੁਕਤ ਹੋ ਜਾਂਦਾ ਹੈ, ਕਿਉਂਕਿ ਬ੍ਰਹਮ ਦਾ ਨਾਮ ਜਿਹੜਾ ਹੈ ਉਹ ਜੀਵ ਨੂੰ, ਇਹ ਬ੍ਰਹਮ ਸ਼ਬਦ ਹੈ। ਵਾਹਿਗੁਰੂ ਵਾਹਿਗੁਰੂ ਕਹਿ ਲਓ, ਬ੍ਰਹਮ ਕਹਿ ਲਓ, ਇਹ ਫਿਰ ਹਉਮੈ ਤੋਂ ਮੁਕਤ ਹੋ ਜਾਂਦਾ ਜੀਵ ਜਦੋਂ ਉਹਦਾ ਨਾਮ ਲੈਂਦਾ ਹੈ। ਕਹਿਤੇ ਮੁਕਤ ਸ਼ਬਦ ਨਿਸਤਾਰ ਹੈ, ਕਹਿੰਦਿਆਂ ਹੀ ਬੰਧਨ ਮੁਕਤ ਹੋ ਜਾਂਦਾ ਹਉਮੈ ਤੋਂ। ਸ਼ਬਦ ਉਹਦਾ ਪਾਰ ਉਤਾਰਾ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਦੁਆਰਾ ਹੋਰਨਾਂ ਨੂੰ ਵੀ ਪਾਰ ਕਰ ਲੈਂਦਾ। ਉਹ ਆਪ ਤਾਂ ਪਾਰ ਹੋਣਾ ਹੀ ਹੈ। ਗੁਰ ਕੀ ਦੇਖਿਆ ਸੇ ਸੱਚ ਰਾਤੇ, ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਈ ਉਹ ਸੱਚੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ। ਜਿਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ, ਸਿੱਖਿਆ ਬਹਿ ਕੇ ਸੁਣੀ, ਜੇ ਬਹਿ ਕੇ ਸੁਣੀ ਨਾ ਕਦੇ ਕਥਾ, ਆ ਜਦੋਂ ਹੁਣ ਕਿਤੇ ਕਥਾ ਸੁਣੀ ਤਾਂ ਕਿਤੇ ਜਾ ਕੇ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਅਵਸਥਾਵਾਂ ਇਸ ਤਰ੍ਹਾਂ ਹੁੰਦੀਆਂ ਨੇ। ਹਾਲੇ ਵੀ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਇਹ ਹੁੰਦੀਆਂ ਹੀ ਨਹੀਂ, ਇਹ ਗੱਲਾਂ ਹੀ ਨੇ। ਹਾਲੇ ਕਰਮ ਨਹੀਂ ਨਾ ਖੁੱਲ੍ਹੇ, ਵਿਸ਼ਵਾਸ ਨਹੀਂ ਆਇਆ। ਜਦੋਂ ਕਿਤੇ ਵਿਸ਼ਵਾਸ ਆ ਜਾਂਦਾ, ਜਾ ਕੇ ਰਿਦਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ, ਨਾਨਕ ਆਪ ਗਵਾਏ ਮਿਲਣ ਨਹੀਂ ਭ੍ਰਾਂਤੇ। ਭ੍ਰਾਂਤੇ ਹੁੰਦੀ ਭ੍ਰਾਂਤੀ, ਭਟਕਣਾ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਆਪਾ ਭਾਵ ਹੰਕਾਰ ਗਵਾ ਦਿੱਤਾ, ਉਹਨਾਂ ਦਾ ਵਾਹਿਗੁਰੂ ਵਿੱਚ ਮਿਲਾਪ ਹੋ ਜਾਂਦਾ ਹੈ। ਭਾਵ ਉਹਨਾਂ ਅੰਦਰ ਕਿਸੇ ਪ੍ਰਕਾਰ ਦੀ ਭਟਕਣਾ ਨਹੀਂ ਰਹਿੰਦੀ, ਭ੍ਰਾਂਤੀ ਨਹੀਂ ਰਹਿੰਦੀ। ਸੁੰਨ ਅਵਸਥਾ ਦਾ ਜ਼ਿਕਰ ਅੱਜ ਹੋਇਆ ਕਿ ਸੁੰਨ ਜਿਹੜੀ ਹੈ ਨਾ, ਅਫੁਰ ਜੋ ਅਪਰੰਪਰ ਪ੍ਰਮਾਤਮਾ ਹੈ, ਉਹਦੇ 'ਤੇ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਜੀਵ ਨੂੰ। ਉਹ ਆਪ ਤੋਂ ਮੁਕਤ ਹੈ। ਜਿਨ੍ਹਾਂ ਨੇ ਉਪਦੇਸ਼ ਕਮਾਇਆ ਉਹ ਵੀ ਮੁਕਤ ਹੋ ਜਾਂਦੇ ਨੇ, ਕਿਉਂਕਿ ਸੁੰਨ ਦਾ ਸ਼ਬਦ ਅਪਰੰਪਰ ਪ੍ਰਮਾਤਮਾ ਨੇ ਧਾਰਨ ਕੀਤਾ, ਇਸ ਲਈ ਉਸ ਅਪਰੰਪਰ ਸ਼ਬਦ ਨੂੰ ਕਹਿਣ ਵਾਲੇ ਮੁਕਤ ਨੇ ਅਤੇ ਹੋਰਨਾਂ ਨੂੰ ਵੀ ਉਹ ਨਾਮ ਦੁਆਰਾ ਤਾਰ ਦਿੰਦੇ ਨੇ। ਇਹ ਸਾਰੀਆਂ ਰਹਿਆਂ ਜਿਹੜੀਆਂ ਨੇ ਸਤਿਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਵਿਚਾਰ ਦੇ ਰਹੇ ਨੇ। ਹੁਣ ਸੁੰਨ ਦੀ ਅਵਸਥਾ ਦੀਆਂ ਪੌੜੀਆਂ ਜਿਹੜੀ ਅਵਸਥਾ ਵਿਆਖਿਆ ਕੀਤੀ ਆ ਨਾ, ਕਿਉਂਕਿ ਸੁੰਨ ਦੇ ਅਰਥ ਤਾਂ ਕਈ ਨੇ। ਸੁੰਨ ਭਾਵ ਹੁੰਦਾ ਖਾਲੀ, ਚੇਤਨਤਾ ਰਹਿਤ। ਸੁੰਨ ਆਕਾਸ਼ ਨੂੰ ਵੀ ਕਹਿੰਦੇ ਨੇ, ਕਿਉਂਕਿ ਆਕਾਸ਼ ਹੈ ਚੇਤਨ ਪਰ ਸੁੰਨ ਹੈ। ਅਫੁਰ ਬ੍ਰਹਮ ਪ੍ਰਕਿਰਤੀ ਨੂੰ ਵੀ ਕਹਿੰਦੇ ਸੁੰਨ। ਮਹਾਂਪਰਲੋਂ ਦੀ ਉਹ ਦਸ਼ਾ ਜਦੋਂ ਕੁਝ ਨਹੀਂ ਹੁੰਦਾ, ਧੁਨੀ ਨੂੰ ਵੀ ਕਹਿੰਦੇ ਨੇ, ਸ਼ੋਰ ਨੂੰ ਵੀ ਕਹਿੰਦੇ ਨੇ ਸੁੰਨ। ਸੋ ਨਾਮ ਸਿਮਰਨ ਦੇ ਅਭਿਆਸ ਨਾਲ ਅੰਤਰਾਤਮੇ ਇਹ ਅਨੁਭਵ ਹੁੰਦਾ ਕਿ ਪ੍ਰਮਾਤਮਾ ਹਰੇਕ ਘਟ ਵਿੱਚ ਵਿਆਪਕ ਹੈ। ਉਹ ਸੁੰਨ ਅਫੁਰ ਬ੍ਰਹਮ ਸਾਡੇ ਅੰਦਰ ਵੀ ਹੈ ਅਤੇ ਤਿੰਨਾਂ ਲੋਕਾਂ ਵਿੱਚ ਵੀ ਰਵਿਆ ਹੋਇਆ। ਹੁਣ ਜਿਹੜੇ ਜੀਵ ਤਿੰਨ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਵਿਚਰਦੇ ਆ ਨਾ, ਉਹ ਪਾਪ ਪੁੰਨ ਤੋਂ ਉੱਪਰ ਉੱਠ ਜਾਂਦੇ ਆ ਅਤੇ ਉਹ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ। ਕਿਉਂਕਿ ਜੋਗੀ ਲੋਕ ਮਨ ਨੂੰ ਮਾਇਕ ਚੇਸ਼ਟਾ ਤੋਂ ਬੇਰੰਗ ਵਾਲੀ ਹਾਲਤ ਨੂੰ ਸੁੰਨ ਜਾਨ ਹੱਥ ਸੁੰਨ ਆਖਦੇ ਨੇ। ਇਹ ਸਮਝਣ ਦੀ ਲੋੜ ਹੈ ਕਿ ਜੋ ਜੋਗੀਆਂ ਦੀ ਅਵਸਥਾ ਕੀ ਹੈ। ਉਹ ਮਾਇਕ ਚੇਸ਼ਟਾ ਵੱਲ ਜ਼ਿਆਦਾ ਧਿਆਨ ਕਰਦੇ ਨੇ, ਪਰ ਸਤਿਗੁਰੂ ਜੀ ਇਸ ਮਾਇਕ ਚੇਸ਼ਟਾ ਵਿੱਚੋਂ ਆਪਾਂ ਨੂੰ ਕੱਢਦੇ ਨੇ, ਕਿਉਂ ਜੋਗੀ ਤਾਂ ਬਸ ਰਿੱਧੀਆਂ ਸਿੱਧੀਆਂ ਆਈਆਂ ਨਹੀਂ ਅਤੇ ਜੋਗੀ ਕਹਿੰਦਾ ਮੇਰੇ ਵਰਗਾ ਕੋਈ ਹੈ ਹੀ ਨਹੀਂ। ਕਿਉਂਕਿ ਜੋਗੀ ਲੋਕ ਮਨ ਨੂੰ ਮਾਇਕ ਚੇਸ਼ਟਾ ਵੱਲ ਲਾਉਂਦੇ ਨੇ, ਪਰ ਸਤਿਗੁਰੂ ਦੀ ਵਿਚਾਰ ਕੀ ਹੈ ਕਿ ਘਟ ਘਟ ਵਾਸੀ ਸਰਬ ਨਿਵਾਸੀ ਪ੍ਰਭ ਨੇਰਾ ਹੀ ਤੇ ਨੇਰਾ। ਉਸ ਵਾਹਿਗੁਰੂ ਨਾਲ ਅਟੁੱਟ ਸਾਂਝ ਪਾਉਣੀ, ਉਹਨੂੰ ਪ੍ਰਤੱਖ ਜਾਣ ਕੇ ਉਹਦੇ ਵਿੱਚ ਸਦੀਵ ਕਾਲ ਰਚੇ ਰਹਿਣ ਦਾ ਨਾਮ ਹੀ ਸੁੰਨ ਦੱਸਿਆ ਮਹਾਰਾਜ ਨੇ। ਸਿੱਧਾਂ ਜੋਗੀਆਂ ਦਾ ਸੁੰਨ ਨਾਲ ਬਹੁਤ ਸਨੇਹ ਹੈ। ਜੋਗੀ ਇਹਨੂੰ ਸ਼ਿਵ ਸ਼ਕਤੀ ਦਾ ਨਾਮ ਵੀ ਦਿੰਦੇ ਨੇ ਅਤੇ ਆਖਦੇ ਨੇ ਕਿ ਸਾਰੀਆਂ ਸ਼ਕਤੀਆਂ ਸੁੰਨ ਸ਼ਕਤੀ 'ਚੋਂ ਨਿਕਲਦੀਆਂ ਨੇ। ਇਸ ਲਈ ਉਹ ਯੋਗ ਆਸਣ ਲਾ ਕੇ ਰੇਚਕ, ਪੂਰਕ, ਕੁੰਭਕ ਸਵਾਸਾਂ ਨੂੰ ਖਿੱਚਣ, ਲੰਮੇ ਕਰਨ ਦੀ ਕਿਰਿਆ, ਪ੍ਰਾਣਾਯਾਮ ਆਦਿ ਕਰਨ ਵਿੱਚ ਗਲਤਾਨ ਰਹਿੰਦੇ ਨੇ। ਇੰਦਰੀਆਂ ਨੂੰ ਬਾਹਰਲੇ ਵਿਸ਼ਿਆਂ ਤੋਂ ਹਟਾ ਕੇ ਅੰਦਰ ਕਿਸੇ ਇੱਕ ਨੁਕਤੇ 'ਤੇ ਧਿਆਨ ਟਿਕਾਉਂਦੇ ਨੇ। ਹਠ ਕਰਮਾਂ ਨਾਲ ਫਿਰ ਕੁੰਡਲਨੀ ਖੋਲ੍ਹਦੇ ਨੇ। ਪਰ ਗੁਰਬਾਣੀ ਅੰਦਰ ਇਸ ਤਰ੍ਹਾਂ ਹੀ ਲਿਖਿਆ, ਮਹਾਰਾਜ ਨੇ ਬਚਨ ਕਰਵਾਇਆ ਹੈ ਭੱਟਾਂ ਤੋਂ ਕਿ ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮੱਚਾ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਤਨਾ ਵੀ ਡੂੰਘਾ ਵਿਸਥਾਰ ਦਿੱਤਾ ਹੈ, ਕਈ ਹੋਰ ਵੀ ਵਿਦਵਾਨਾਂ ਦੀਆਂ ਰਾਇਆਂ ਸਾਡੇ ਪਾਸ ਹਨ।
ਸੋ ਜੇ ਵਿਵੇਕਾਨੰਦ ਦੇ ਗੁਰੂ ਸ਼੍ਰੀ ਕ੍ਰਿਸ਼ਨ ਪਰਮੇਸ਼ਰ ਦੇ ਤਜਰਬੇ ਬਾਰੇ ਪੁਸਤਕ ਸੇਇੰਗਸ ਆਫ ਸ੍ਰੀ ਰਾਮ ਕ੍ਰਿਸ਼ਨਾ ਦੀ ਚੌਥੀ ਐਡੀਸ਼ਨ ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਪਤਾ ਹੈ ਕਿ ਮੈਂ 6 ਮਹੀਨੇ ਨਿਰਵਿਕਲਪ ਸਮਾਧੀ ਵਿੱਚ ਗਿਆ, ਜਿੱਥੇ ਕਹਿੰਦੇ ਮਾਮੂਲੀ ਇਨਸਾਨ ਮੁੜ ਕੇ ਨਹੀਂ ਆ ਸਕਦਾ, ਕਿਉਂਕਿ 21 ਦਿਨ ਮਗਰੋਂ ਸਰੀਰ ਸੁੱਕੇ ਹੋਏ ਪੱਤੇ ਵਾਂਗੂ ਡਿੱਗ ਪੈਂਦਾ। ਜੋਗੀਆਂ ਦਾ ਸੁੰਨ ਪ੍ਰਾਕਿਰਤਕ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਨਹੀਂ, ਪਰ ਗੁਰਮਤ ਚਿੰਤਨ ਧਾਰਾ ਦੇ ਯੋਗ ਮਤ ਨਾਲ ਸਿਧਾਂਤਕ ਮਤਭੇਦ ਨੇ। ਗੁਰਮਤ ਵਿੱਚ ਪੱਥਰ ਦੀ ਮੂਰਤੀ ਵਾਂਗ ਨਿਰਜਿੰਦ ਪਏ ਰਹਿਣ ਵਾਲੀ ਸੁੰਨ ਲਈ ਕੋਈ ਥਾਂ ਨਹੀਂ। ਇੱਥੇ ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦਾ ਆਦੇਸ਼ ਹੈ ਮਹਾਰਾਜ ਦਾ। ਸੋ ਇਸ ਰਹੱਸ ਵਿੱਚ ਲਗਾਤਾਰ ਨਾਮ ਸਿਮਰਨ ਪ੍ਰਭੂ ਦੀ ਹੋਂਦ ਨੂੰ ਘਟਾਂ ਘਟਾਂ ਵਿੱਚ ਜਣਾਉਂਦਾ ਸਾਨੂੰ। ਹੁਣ ਅੱਗੇ ਪੌੜੀ ਵਿੱਚ 52ਵੀਂ ਪੌੜੀ ਵਿੱਚ ਜੋਗੀਆਂ ਨੇ ਅਨਹਤ ਸੁਣ ਦੀ ਗੱਲ ਪੁੱਛੀ ਹੈ। ਆਹਤ ਅਤੇ ਅਨਾਹਤ ਦੋ ਪ੍ਰਕਾਰ ਦੇ ਸ਼ਬਦ ਹੁੰਦੇ ਨੇ। ਆਵਾਜ਼ ਦੇਣ ਵਾਲੇ ਸ਼ਬਦ ਜਿਹੜੇ ਹੁੰਦੇ ਨੇ ਉਹ ਆਹਤ, ਅਤੇ ਬਿਨਾਂ ਕਿਸੇ ਟਕਰਾਅ ਦੇ ਆਪ ਮੁਹਾਰੇ ਜਿਹੜੇ ਵੱਜ ਰਹੇ ਸ਼ਬਦ ਨੂੰ ਅਨਾਹਤ ਕਹਿੰਦੇ ਨੇ। ਅਨਾਹਤ ਸ਼ਬਦ ਕਿਹਾ ਜਾਂਦਾ ਹੈ ਕਿਉਂਕਿ ਯੋਗ ਦਰਸ਼ਨ ਅਨੁਸਾਰ ਈਸ਼ਵਰ, ਜੀਵ ਅਤੇ ਪ੍ਰਕਿਰਤੀ ਤਿੰਨੇ ਅਨਾਦਿ ਹਨ। ਈਸ਼ਵਰ ਨੂੰ ਸੰਸਾਰ ਦਾ ਕਰਤਾ ਨਹੀਂ ਮੰਨਿਆ ਗਿਆ, ਪਰੰਤੂ ਜਿਹੜਾ ਸ਼ਬਦ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਇਹ ਪੂਰਾ ਈਸ਼ਵਰਵਾਦੀ ਹੈ। ਜੋਗੀਆਂ ਦੀ ਸੁੰਨ ਇੱਕ ਰਸਮੀ ਯੋਗ ਹੈ, ਪਰ ਗੁਰਮਤਿ ਭਗਤੀ ਯੋਗ ਤੇ ਆਤਮਿਕ ਯੋਗ ਨੂੰ ਮਹੱਤਤਾ ਦਿੰਦੀ ਹੈ, ਜਿਸ ਨਾਲ ਵਿਸਮਾਦ ਅਵਸਥਾ ਪ੍ਰਾਪਤ ਹੁੰਦੀ ਹੈ। ਗੁਰਮਤਿ ਵਿੱਚ ਸੁੰਨ ਵਾਹਿਗੁਰੂ ਦਾ ਰੂਪ ਹੈ, ਕਿਉਂਕਿ ਵਾਹਿਗੁਰੂ ਦੇ ਨਾਮ ਨਾਲ ਵਿਸਮਾਦ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਅਨਹਦ ਸ਼ਬਦ ਵੱਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਹੁਣ ਜਿਹੜੇ ਵਾਹਿਗੁਰੂ ਨਾਲ ਭੇਦ ਹੋ ਜਾਂਦੇ ਨੇ ਉਹ ਵਾਹਿਗੁਰੂ ਦਾ ਹੀ ਰੂਪ ਬਣ ਜਾਂਦੇ ਨੇ। ਹੁਣ ਜਿਹੜਾ ਸੁੰਨ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਸਾਰਾ ਈਸ਼ਵਰਵਾਦੀ ਹੈ। ਅੰਦਰ ਬਾਹਰ ਜਰਰੇ ਜਰੇ ਵਿੱਚ ਪ੍ਰਭੂ ਦੀ ਵਿਆਪਕਤਾ ਦਾ ਪ੍ਰਤੀਕ ਹੈ। ਜੋਗੀਆਂ ਵਾਲੀ ਸੁੰਨ ਅਵਸਥਾ ਦਾ ਗੁਰਮਤ ਨਾਲ ਕੋਈ ਮੇਲ ਨਹੀਂ, ਕਿਉਂਕਿ ਗੁਰਬਾਣੀ ਵਿੱਚ ਇਹੋ ਜਿਹੀ ਸਰੀਰਕ ਕਿਰਿਆਵਾਂ ਨੂੰ ਨਕਾਰਿਆ ਹੈ। ਨਿਉਲੀ ਕਰਮ ਭਯੰਗਮ ਪਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ, ਗੁਰ ਸ਼ਬਦ ਮਹਾਰਸ ਪਾਇਆ। ਇਹ ਤਿੰਨ ਅਵਸਥਾ ਜਿਹੜੀ ਜਾਗਤ, ਸੁਪਨ ਅਤੇ ਸਖੋਪਤ ਵਿੱਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ। ਜਦੋਂ ਆਪਾਂ ਜਾਗਰਤ ਹੁੰਦੀ, ਜਦੋਂ ਆਪਾਂ ਜਾਗਦੇ ਹਾਂ, ਸੁਪਨ ਹੁੰਦੀ ਜਦੋਂ ਸੁਪਨੇ ਆ ਰਹੇ ਹੁੰਦੇ ਨੇ, ਸਖੋਪਤ ਉਹ ਜਦੋਂ ਆਪਾਂ ਉੱਠ ਕੇ ਕਦੇ ਕਹਿੰਦੇ ਅੱਜ ਮੈਨੂੰ ਸੁਪਨਾ ਹੀ ਨਹੀਂ ਆਇਆ, ਇੰਨੀ ਗੂੜੀ ਨੀਂਦ ਆਈ। ਪਰ ਇਹ ਗੱਲ ਦਾ ਤੈਨੂੰ ਗਿਆਨ ਕਿਵੇਂ ਰਿਹਾ ਕਿ ਮੈਨੂੰ ਸੁਪਨਾ ਨਹੀਂ ਆਇਆ? ਉਹ ਕਿਹੜੀ ਚੀਜ਼ ਸੀ ਜਿਹੜੀ ਇਹ ਦੇਖਦੀ ਰਹੀ ਕਿ ਮੈਨੂੰ ਸੁਪਨਾ ਨਹੀਂ ਆਇਆ? ਉਸੇ ਨੂੰ ਹੀ ਆਤਮਾ ਕਹਿੰਦੇ ਨੇ, ਸਾਖੀ ਰੂਪ। ਕਿਉਂਕਿ ਜਾਗਦਿਆਂ ਮਨੁੱਖ ਸੋਚ ਕੇ ਕਰਮ ਕਰਦਾ, ਸੁਪਨੇ ਵਿੱਚ ਵੇਖਦਾ। ਤੀਜੀ ਅਵਸਥਾ ਦੋਹਾਂ ਨਾਲੋਂ ਵੱਖਰੀ ਹੈ। ਮਨੁੱਖ ਗੂੜੀ ਨੀਂਦ ਵਿੱਚ ਜਦੋਂ ਸੌਂਦਾ ਨਾ, ਇਹਨਾਂ ਵਿੱਚ ਕੀਤੇ ਸਾਰੇ ਕਰਮ ਮਾਇਆ ਅਧੀਨ ਨੇ। ਇਹਨਾਂ ਤੋਂ ਉੱਪਰ ਉੱਠਣ ਨਾਲ ਆਤਮਿਕ ਅਵਸਥਾ ਸਹਿਜ ਪਦ ਵਿੱਚ ਪਹੁੰਚ ਜਾਂਦੀ ਹੈ। ਸੋ ਇਹ ਅਵਸਥਾ ਹੀ ਸੁੰਨ ਅਫੁਰ ਅਵਸਥਾ, ਜਿੱਥੇ ਜੋਤ ਦਾ ਪ੍ਰਗਟਾ ਹੁੰਦਾ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੈ ਅਨਹਦ ਸ਼ਬਦ ਵੱਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਸੁੰਨ ਅਵਸਥਾ ਦਾ ਬਿਆਨ ਜਾਂ ਵਿਸਥਾਰ ਕਰਨਾ ਇਹ ਸਾਡੇ ਵਰਗੇ ਜੀਵਾਂ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਅਸੀਂ ਤਾਂ ਸਿਰਫ ਇੱਕ ਬਿਆਨ ਕਰ ਸਕਦੇ ਹਾਂ, ਪੜ੍ਹ ਪੜ੍ਹਾ ਕੇ, ਸਿੱਖ ਸਿਖਾ ਕੇ, ਦੇਖ ਦਿਖਾ ਕੇ। ਇਹ ਤਾਂ ਜਿਨ੍ਹਾਂ ਦੀ ਅਵਸਥਾ ਬਣੀ ਆ, ਅਸਲ ਤਾਂ ਵਿਆਖਿਆ ਉਹੀ ਕਰ ਸਕਦੇ, ਕਿਉਂਕਿ ਇਸ ਅਵਸਥਾ ਦਾ ਜਦੋਂ ਆਨੰਦ ਮਾਣੀਏ ਨਾ ਪਹਿਲਾਂ, ਫਿਰ ਇਹ ਅਵਸਥਾ ਦਾ ਇਹ ਗਿਆਨ ਹੁੰਦਾ। ਕਿਉਂਕਿ ਇਹ ਸਰੀਰ ਦੇ 9 ਦਰਵਾਜ਼ੇ ਨੇ, 2 ਅੱਖਾਂ, 2 ਨਾਸਾਂ, 2 ਕੰਨ, 1 ਮੂੰਹ ਅਤੇ 2 ਮਲ ਮੂਤ ਕੱਢਣ ਵਾਲੀਆਂ ਥਾਵਾਂ। ਇਹਨਾਂ ਨੂੰ ਕਰਮ ਇੰਦਰੀ ਅਤੇ ਗਿਆਨ ਇੰਦਰੀ ਵੀ ਕਿਹਾ। ਜਿਸ ਬੇੜੀ ਵਿੱਚ ਇੱਕ ਨਹੀਂ 9 ਸੁਰਾਖ ਹੋਣ, ਜੇ ਕੋਈ ਇਹਨਾਂ ਨੂੰ ਬੰਦ ਕੀਤੇ ਬਿਨਾਂ ਸਵਾਰ ਹੋ ਜਾਵੇ ਤਾਂ ਉਸਨੇ ਡੁੱਬਣਾ ਹੀ ਹੈ। ਸੋ ਇਸ ਤਰ੍ਹਾਂ ਇਹਨਾਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਇਕਾਗਰ ਚਿੱਤ ਹੋ ਕੇ ਅਦ੍ਰਿਸ਼ਟ ਮੰਡਲ ਵਿੱਚ ਲਿਵ ਲਾਇਆ ਹੀ ਸਾਚੇ ਰਾਚੇ ਦੇਖ ਹਜੂਰੇ, ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਅਮਰਦਾਸ ਜੀ ਨੇ ਇਸ ਲਈ ਪਹਿਲਾਂ ਵੀ ਦੱਸ ਆਇਆ ਕਿ ਨੇਤਰਾਂ, ਕੰਨਾਂ, ਸਾਰੇ ਰਸਨਾਂ ਨੂੰ ਰਹੱਸਮਈ ਉਪਦੇਸ਼ ਦਿੱਤੇ ਨੇ। ਅਖੀਰ 'ਚ ਦੱਸਿਆ ਨਾ ਮਹਾਰਾਜ ਨੇ ਕਿ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰਾ ਲਾਈ ਭਾਵਨੀ ਕਿੰਨਾ 10ਵਾਂ ਦੁਆਰ ਦਿਖਾਇਆ। ਸਾਰਾ ਦੱਸਿਆ ਮਹਾਰਾਜ ਨੇ, ਕਿਉਂਕਿ 9 ਦਰਵਾਜ਼ਿਆਂ ਤੋਂ ਭਾਵ ਹੈ ਬਾਹਰਮੁਖੀ ਬਿਰਤੀ ਨੂੰ ਅੰਦਰ ਵੱਲ ਮੋੜ ਕੇ ਸਿਮਰਨ ਨਾਲ ਜੋੜਨਾ। ਇੱਥੇ ਸੰਸਾਰੀ ਸੰਗੀਤ, ਤੂਤਣੀਆਂ ਅਤੇ ਵਾਜਿਆਂ ਦੀ ਆਵਾਜ਼ 5 ਸ਼ਬਦ ਪ੍ਰਤੀਕ ਨਹੀਂ, ਇਹ 5 ਸ਼ਬਦ, ਕਿਉਂਕਿ ਨਿਰਾਕਾਰ ਸੰਗੀਤ ਦੀ ਧੁਨੀ ਦਾ ਆਪਣਾ ਵਿਲੱਖਣ ਸਥਾਨ ਹੈ। ਗੁਪਤੀ ਬਾਣੀ ਦੇ ਪ੍ਰਗਟ ਹੋਣ ਤੋਂ ਭਾਵ ਪ੍ਰਭੂ ਦਾ ਨਾਮ ਹੈ।
ਨਾਮ ਦਾ ਜਪ ਕਰਨਾ, ਸਿਮਰਨ ਤੇ ਧਿਆਨ, ਇਹਨਾਂ ਸਭਨਾਂ ਦਾ ਮੁੱਖ ਮੰਤਵ ਪ੍ਰੇਮ ਨਾਲ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ। ਪ੍ਰਭ ਕੈ ਸਿਮਰਨ ਅਨਹਦ ਚੁਹਨਕਾਰ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਗੁਪਤ ਬਾਣੀ ਪ੍ਰਗਟ ਕਰਨ ਬਾਰੇ ਮਹਾਰਾਜ ਨੇ, ਤੀਸਰੇ ਪਾਤਸ਼ਾਹ ਨੇ ਵੀ ਬਾਣੀ ਅੰਦਰ ਕਾਫੀ ਬਚਨ ਕੀਤੇ ਨੇ। ਜਿਸ ਪ੍ਰਕਾਰ 9 ਦਰਵਾਜੇ ਕਾਇਆ ਕੋਟ ਹੈ, 10ਵੇਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲ੍ਹਨੀ ਗੁਰ ਸ਼ਬਦ ਖੁਲੀਜੈ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀਜੈ। ਸਭ ਮਹਿ ਏਕ ਵਰਤਦਾ ਜਿਨ ਆਪੇ ਰਚਨ ਰਚਾਈ। ਸੋ ਅਮਲੀ ਜੀਵਨ ਜਿਉਣ ਨਾਲ ਅਨਹਦ ਸ਼ਬਦ ਤੇ ਸੁੰਨ ਅਵਸਥਾ ਦੀ ਸੋਝੀ ਹੋ ਜਾਂਦੀ, ਕਿਉਂਕਿ ਜੀਵਨ ਅਮਲੀ ਚਾਹੀਦਾ, ਇਸ ਪਾਸੇ ਨੂੰ ਚੱਲਣਾ ਚਾਹੀਦਾ, ਕਿਉਂਕਿ ਇਹ ਕਥਨੀ ਦਾ ਮਾਰਗ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਨਾ ਕਿ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਨ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। 54ਵੀਂ ਪੌੜੀ 'ਚ ਕੀ ਕਿਹਾ ਫਿਰ? ਸਹਿਜ ਭਾਏ ਮਿਲੀਐ ਸੁਖ ਹੋਏ ਦੀ ਗੱਲ ਕੀਤੀ ਨਾ। ਸੋਹਣੇ ਬਚਨ ਫਰਮਾਏ, ਗੁਰਮਤਿ ਸਹਿਜ ਦਾ ਮਾਰਗ ਹੈ, ਨਾਮ ਸਹਿਜ ਨਾਲ ਜਪਣਾ। ਜਲਦੀ ਜਲਦੀ ਕਾਹਲੀ ਕਾਹਲੀ ਹੱਠ ਅਤੇ ਜ਼ੋਰ ਜ਼ੋਰ ਨਾਲ ਨਾਮ ਰਟਣਾ, ਜਗਰਾਤੇ ਕੱਟਣੇ ਜਾਂ ਹੋਰ ਕਰਮ ਕਰਨੇ, ਇਹ ਕਰਮ ਕਿਉਂਕਿ ਇੱਕ ਦਿਨ ਕੀਤਾ, ਮੁੜ ਕੇ ਬਾਅਦ ਵਿੱਚ ਕੁਛ ਵੀ ਨਹੀਂ। ਸਹਿਜ ਵਿੱਚ ਆਉਣਾ, ਸਹਿਜੇ ਹੀ ਨਾਮ ਜਪੀ ਜਾਣਾ, 24 ਘੰਟੇ ਹੀ ਨਾਮ ਵਿੱਚ ਬਿਰਤੀ ਦਾ ਜੁੜੇ ਰਹਿਣਾ। ਹਾਂ, ਸਤਸੰਗਤ ਕਰਨਾ, ਕੀਰਤਨ ਸੁਣਨਾ, ਕਥਾ ਸੁਣਨੀ, ਲਗਾਤਾਰ ਕੀਰਤਨ ਜੁੜੇ ਰਹਿਣਾ ਚੰਗਾ। ਜਿਵੇਂ ਰਾਤ ਭਰ ਕੀਰਤਨ ਗੁਰਮੁਖ ਪਿਆਰੇ ਕਰਦੇ ਨੇ, ਉਹ ਚੰਗਾ, ਕਿਉਂਕਿ ਕੀਰਤਨ ਦੇ ਵਿੱਚ ਜਦੋਂ ਇਕੱਠੀ ਸੰਗਤ ਬੈਠੀ ਹੈ ਉਦੋਂ ਆਪਾਂ ਜਾਗਦੇ ਰਹਿੰਦੇ। ਆਮ ਇਕੱਲਾ ਬੈਠਣ ਨਾਲ ਕਈ ਵਾਰ ਨੀਂਦ ਬੜਾ ਪਰੇਸ਼ਾਨ ਕਰਦੀ ਹੈ। ਇਹ ਮਾਨੋ ਇੱਕ ਸੈਲਫ ਸਟਾਰਟ ਹੋ ਜਾਂਦਾ ਜੀਵ, ਜਾਂ ਕਹਿ ਲਓ ਜੀ ਬੈਟਰੀ ਫੁੱਲ ਹੋ ਜਾਂਦੀ ਹੈ। ਸਾਰੀ ਰਾਤ ਰਹਿਣ ਸਬਾਈ ਕੀਰਤਨ ਵਿੱਚ ਵਾਹਿਗੁਰੂ 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 ਕਰਨਾ ਚੰਗੀ, ਪਰ ਵਾਹਿਗੁਰੂ ਕਿਰਪਾ ਕਰੇ ਰੋਜ਼ ਹੀ ਰਹਿਣ ਸਬਾਈ ਹੋਵੇ, ਰੋਜ਼ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ ਸਾਰੀ ਸਾਰੀ ਰਾਤ ਬੈਠ ਕੇ। ਹਾਂ, ਜੇ ਸਹਿਜ ਧਿਆਨ ਵਿੱਚ ਜੁੜਿਆ ਰਾਤ ਬਤੀਤ ਹੋ ਜਾਏ ਤਾਂ ਰਹਿਣ ਵੀ ਸਫਲੀ, ਦਿਨ ਵੀ ਸਫਲਾ। ਅਸੀਂ ਨਾਮ ਜਪਣ ਵਾਲੇ ਸ਼ਬਦ ਨੂੰ ਬਹੁਤਾ ਜ਼ਿਆਦਾ, ਜਿਵੇਂ ਸਹਿਜ ਵਿੱਚ ਨਿਤਨੇਮ ਨਾ ਕਰਨਾ, ਸਹਿਜ ਵਿੱਚ ਨਿਤਨੇਮ ਕਰਿਆ ਕਰੋ ਹੌਲੀ ਹੌਲੀ ਸੁਣ ਕੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸੋ ਇਸ ਤਰ੍ਹਾਂ ਸ਼ਬਦ ਨੂੰ ਸਹਿਜ ਧੁਨੀ ਨਾਲ ਰਿੜਕੋ, ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਸਾਰੇ ਅੰਮ੍ਰਿਤ ਪੀ ਕੇ ਅਮਰ ਪਦਵੀ ਪ੍ਰਾਪਤ ਕਰਨ ਦੇ ਭਾਗੀ ਬਣ ਸਕਦੇ ਹਾਂ। 54 ਪੌੜੀਆਂ ਤੱਕ ਪਾਵਨ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਪਿਆਰ ਨਾਲ ਅੱਗੇ ਸ਼ਰਵਣ ਕਰਾਂਗੇ ਕੱਲ੍ਹ। ਆਓ। ਹਰ ਕਾ ਬਿਲੋਵ ਨਾ ਬਿਲੋਵ ਹੋ ਮੇਰੇ ਭਾਈ, ਸਹਿਜ ਬਿਲੋਵ ਹੋ ਜੈਸੇ ਤਤ ਨਾ ਜਾਈ। ਇੱਕ ਨਵੀਂ ਧੁਨੀ ਅੱਜ ਸਾਹਮਣੇ ਲਿਆਉਣੇ ਆਪ ਜੀ ਦੇ ਪਿਆਰ ਨਾਲ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।